ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰਿਓ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਆਨਲਾਈਨ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅਕਾਲ ਪੁਰਖ ਜੀ ਦੀ ਅਪਾਰ ਬਖਸ਼ਿਸ਼ ਨਾਲ ਅਸੀਂ ਇਹ ਕਲਾਸ ਜਦੋਂ ਤੋਂ ਹੀ COVID-19 ਦੇ ਲਾਕਡਾਊਨ ਸ਼ੁਰੂ ਹੋਇਆ, ਲਗਾਤਾਰ ਇਹ ਕਲਾਸ ਚੱਲਦੀ ਆ ਰਹੀ ਹੈ ਔਰ ਆਪ ਸਾਰੇ ਵੱਧ ਚੜ ਕੇ ਇਹਦੇ ਵਿੱਚ ਹਾਜ਼ਰੀ ਭਰ ਰਹੇ ਹੋ। ਅਸੀਂ ਇਹਦੇ ਵਿੱਚ ਸਵਾਲ ਜਵਾਬ, ਫਿਲਾਸਫੀ, ਉਚਾਰਨ, ਨਿਤ ਮਰਿਆਦਾ, ਬਾਣੀਆਂ ਦੀ ਵਿਚਾਰ, ਇਹ ਸਾਰੇ ਕਰਦੇ ਆ ਰਹੇ ਹਾਂ। ਸੋਮਵਾਰ ਦਾ ਸੈਸ਼ਨ ਸਵਾਲ ਜਵਾਬ ਦਾ ਸੈਸ਼ਨ ਹੁੰਦਾ ਹੈ ਔਰ ਇਸ ਸੈਸ਼ਨ ਦੀ ਸੇਵਾ ਵੀ ਰਾਜਾ ਸਿੰਘ ਜੀ ਨਿਭਾਉਂਦੇ ਹਨ। ਮੈਂ ਵੀ ਰਾਜਾ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦਾ ਇਹ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕੀਤਾ ਜਾਏ। ਵੀ ਰਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਸਵਾਲ ਜਵਾਬ ਦਾ ਸੈਸ਼ਨ, ਆਪ ਜੀ ਵੱਲੋਂ ਭੇਜੇ ਸਵਾਲ ਪੈਨਲ ਮੈਂਬਰਸ ਜਿਹੜੇ ਨੇ ਉਹ ਆਪ ਦੇ ਸਾਹਮਣੇ ਹਾਜ਼ਰ ਨੇ। ਉਹਨਾਂ ਦੇ ਜਵਾਬ ਲੈ ਕੇ ਆਪਾਂ ਇੱਕ ਇੱਕ ਸਵਾਲ ਕਰਕੇ ਸਾਰੇ ਵਿਚਾਰ ਕਰਨੀ ਹੈ। ਤੋਂ ਉਸ ਤੋਂ ਪਹਿਲਾਂ ਪੈਨਲ ਮੈਂਬਰਸ ਆਪ ਨਾਲ ਫਤਿਹ ਸਾਂਝੀ ਕਰਨਗੇ ਜੀ। ਵੀਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹ ਮਨਮੋਹਨ ਸਿੰਘ ਜੀ। ਮਨਮੋਹਨ ਸਿੰਘ ਜੀ ਅਨਮਿਊਟ ਕਰ ਲਓ। ਇਹਨਾਂ ਨੂੰ ਇੱਕ ਸੈਕਿੰਡ। ਹਾਂਜੀ, ਮਨਮੋਹਨ ਸਿੰਘ ਜੀ ਅਨਮਿਊਟ ਕਰ ਲਓ। ਹਾਂਜੀ, ਕਰ ਲਿਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਜਿੰਦਰ ਸਿੰਘ ਜੀ। ਮੇਰੇ ਖਿਆਲ ਅਜੇ ਜੁਆਇਨ ਹੋਏ ਨਹੀਂ ਲੱਗਦੇ। ਨਹੀਂ, ਜੁਆਇਨ ਕਰ ਗਏ। ਹੋ ਗਏ? ਅਨਮਿਊਟ ਕਰ ਲਓ ਤਜਿੰਦਰ ਸਿੰਘ ਜੀ। ਆ ਗਏ। ਤਜਿੰਦਰ। ਹਾਂਜੀ, ਤਜਿੰਦਰ ਸਿੰਘ ਜੀ ਅਨਮਿਊਟ ਕਰ ਲਓ। ਉਹਨਾਂ ਨੂੰ ਮੇਰੀ ਆਵਾਜ਼ ਤੁਹਾਡੀ ਨਹੀਂ ਆ ਰਹੀ। ਮੇਰੇ ਹੁਣ ਆਈ ਹੈ। ਆ ਗਏ ਆ ਗਏ। ਹਾਂਜੀ ਹਾਂਜੀ, ਫਤਿਹ ਸਾਂਝੀ ਕਰ ਲਓ ਤਜਿੰਦਰ ਸਿੰਘ ਜੀ। ਮੇਰੇ ਖਿਆਲ ਕੋਈ ਸਮੱਸਿਆ ਲੱਗਦੀ ਹੈ। ਚਲੋ, ਭੈਣ ਮਨਿੰਦਰ ਕੌਰ ਜੀ। ਹਾਂਜੀ, ਭੈਣ ਮਨਿੰਦਰ ਕੌਰ ਜੀ ਅਨਮਿਊਟ ਕਰਕੇ ਫਤਿਹ ਸਾਂਝੀ ਕਰੋ ਜੀ। ਵੀਰ ਤਜਿੰਦਰ ਸਿੰਘ ਜੀ ਤੁਸੀਂ ਵੀ। ਕੋਈ ਨੈਟ ਵਿੱਚ ਪ੍ਰੋਬਲਮ ਨਹੀਂ ਹੈ ਜੀ ਜਿਹੜੇ। ਚਲੋ, ਮੈਂ ਜਦ ਤੱਕ ਬੇਨਤੀ ਕਰਦਾ ਵੀਰ ਜਗੀਰ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕਿੱਕਰ ਸਿੰਘ ਜੀ। ਨਾਂ ਤੇ ਆ ਰਿਹਾ ਉਹਨਾਂ ਦਾ। ਤਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪ੍ਰਭਕੀਰਤਨ ਸਿੰਘ ਜੀ। ਉਹ ਟ੍ਰੇਨ 'ਚ ਹੈਗੇ ਆ, ਉਹਨਾਂ ਨੇ। ਅੱਛਾ ਜੀ, ਉਹ ਨਾਂ ਆ ਰਿਹਾ ਸੀ। ਹੈਗੇ ਨੇ ਟ੍ਰੇਨ 'ਚੋਂ ਜੁਆਇਨ ਕੀਤਾ। ਅੱਛਾ, ਕੋਈ ਨਹੀਂ। ਤੋ ਆਓ ਸਾਧ ਸੰਗਤ ਜੀ, ਵੀਰ ਹਰਜੀਤ ਸਿੰਘ ਜੀ ਵੀ ਤੁਹਾਡੇ ਨਾਲ ਪਹਿਲੇ ਫਤਿਹ ਸਾਂਝੀ ਕਰ ਚੁੱਕੇ ਨੇ। ਤੋ ਇਹ ਸਾਰੇ ਜੋ ਮੈਂਬਰਾਨ ਨੇ ਆਪ ਦੀ ਸੇਵਾ 'ਚ ਹਾਜ਼ਰ ਨੇ। ਸਾਧ ਸੰਗਤ ਆਪ ਵੱਲੋਂ ਭੇਜੇ ਸਵਾਲ ਵੱਖ-ਵੱਖ ਵਿਸ਼ਿਆਂ ਤੇ, ਤੋ ਯਤਨ ਕਰਾਂਗੇ ਆਪ ਜੀ ਨਾਲ ਉਹਦੀ ਵਿਚਾਰ ਸਾਂਝੀ ਕਰੀਏ। ਤੋ ਇੱਕ ਸਵਾਲ ਜਿਹੜਾ ਪਿਛਲੇ ਹਫਤੇ ਪੈਂਡਿੰਗ ਰਹਿ ਗਿਆ ਸੀਗਾ, ਉਹ ਗੁਰੂ ਕੀ ਬਾਣੀ ਚੋਂ ਸ਼ਬਦ ਹੈ, ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁ ਬਿਧ।
सत कर मुख संचो तिस पुन की फिर तोड़ न आवे। इस शब्द के अर्थ पूछे ने तो मैं बेनती कर रहा वीर MP सिंह जी ਨੂੰ ਵੀ ਕਿਰਪਾ ਕਰਕੇ ਇਹ ਜੋ ਸ਼ਬਦ ਹੈ ਇਹਦਾ ਸੰਖੇਪ ਭਾਵ ਤੇ ਇਸ ਤੁਕ ਦੇ ਅਰਥ ਸਾਨੂੰ ਸਾਂਝੇ ਕਰੋ ਜੀ ਵੀਰ MP ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਿਸ ਸ਼ਬਦ ਵਿੱਚੋਂ ਇਹ ਪੰਕਤੀ ਲਈ ਗਈ ਹੈ ਜਿਹਦੇ ਬਾਰੇ ਸਵਾਲ ਹੈ ਉਹ ਸ਼ਬਦ ਗੁਰੂ ਰਾਮਦਾਸ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਰਾਗ ਮਲਹਾਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1264 ਦੇ ਉੱਪਰ ਸੁਸ਼ੋਭਿਤ ਹੈ। ਸ਼ਬਦ ਸਕਰੀਨ ਤੇ ਆਪ ਜੀ ਦੇ ਸਾਹਮਣੇ ਡਿਸਪਲੇ ਹੈ। ਸ਼ਬਦ ਦੀ ਜੋ ਰਾਹ ਦੀ ਪੰਕਤੀ ਹੈ, ਸਤਿਗੁਰ ਹਰ ਹਰ ਨਾਮ ਦ੍ਰਿੜਾਵੈ, ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ, ਹਰ ਭੋਜਲ ਜਗਤ ਤਰਾਵੈ। ਜਿਵੇਂ ਕਿ ਆਪ ਜਾਣਦੇ ਹੀ ਹੋ ਕਿ ਕੋਈ ਸ਼ਬਦ ਦਾ ਜੇ ਭਾਵ ਅਰਥ ਸਮਝਣਾ ਹੋਵੇ ਤਾਂ ਪਹਿਲਾਂ ਰਹਾਉ ਦੇ ਪਦੇ ਦੇ ਜੋ ਅਰਥ ਹਨ ਉਹਨਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਬਾਕੀ ਦਾ ਸਾਰਾ ਸ਼ਬਦ ਵੀ ਉਸੇ ਕੇ ਭਾਵ ਦੇ ਦੁਆਲੇ ਕੇਂਦਰਿਤ ਹੁੰਦਾ ਹੈ। ਸੋ ਰਹਾਉ ਦੇ ਦੁਆਲੇ ਗੁਰੂ ਸਾਹਿਬ ਕਹਿੰਦੇ ਹਨ ਕਿ ਭਾਈ ਗੁਰੂ ਜੋ ਹੈ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਦ੍ਰਿੜ ਕਰਵਾ ਦਿੰਦਾ ਹੈ, ਪੱਕੀ ਤਰ੍ਹਾਂ ਟਿਕਾ ਦਿੰਦਾ ਹੈ। ਸੋ ਇਸ ਲਈ हे ਮੇਰੇ ਗੁਰੂ ਕੇ ਸਿੱਖੋ, हे ਮੇਰੇ ਭਰਾਵੋ, ਗੁਰੂ ਦੇ ਸ਼ਰਨ ਵਿੱਚ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ, ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ। ਕਿਉਂ? ਹਰ ਭੋਜਲ ਜਗਤ ਤਰਾਵੈ, ਕਿਉਂਕਿ ਪਰਮਾਤਮਾ ਦਾ ਨਾਮ ਹੀ ਹੈ ਜੋ ਹਰੀ ਜੋ ਹੈ ਉਹ ਭੋਜਲ ਜਗਤ ਤੋਂ ਪਾਰ ਲੰਘਾ ਦਿੰਦਾ ਹੈ। ਇਸ ਸੰਸਾਰ ਸਾਗਰ, ਸੰਸਾਰ ਨੂੰ, ਇਸ ਦੁਨੀਆ ਨੂੰ ਸਮੁੰਦਰ ਦੇ ਨਾਲ ਬਾਣੀ ਵਿੱਚ ਅਨੇਕਾਂ ਵਾਰ ਤੁਲਨਾ ਦਿੱਤੀ ਗਈ ਹੈ। ਜਿਵੇਂ ਸਮੁੰਦਰ ਦੇ ਵਿੱਚ ਬਹੁਤ ਸਾਰੀਆਂ ਲਹਿਰਾਂ ਉੱਠਦੀਆਂ ਨੇ ਤੇ ਜਿਹੜਾ ਕੋਈ ਨਵਾਂ ਤੈਰਾਕ ਹੋਵੇ ਉਹਦੇ ਵਾਸਤੇ ਉਹਨੂੰ ਤਰਨਾ ਬੜਾ ਮੁਸ਼ਕਲ ਹੁੰਦਾ ਹੈ। ਜਦ ਤੱਕ ਉਹਨੂੰ ਕੋਈ ਗਾਈਡ ਕਰਨ ਵਾਲਾ, ਉਹਨੂੰ ਸਪੋਰਟ ਦੇਣ ਵਾਲਾ ਕੋਈ ਤਰੀਕਾ ਨਾ ਹੋਵੇ, ਜਾਂ ਤਾਂ ਉਹਦੇ ਕੋਲ ਕੋਈ ਮਲਾਹ ਔਰ ਬੇੜੀ ਹੋਵੇ ਜਿਹੜੇ ਉਹਨੂੰ ਪਾਰ ਲੰਘਾ ਦੇਣ, ਜਾਂ ਉਹਨੂੰ ਕੋਈ ਜਿਹੜਾ ਟ੍ਰੇਨਰ ਸਿਖਾਉਣ ਵਾਲਾ ਦੇ ਬੰਦਾ ਹੋਵੇ ਜਿਹੜਾ ਉਹਨੂੰ ਤੈਰਨਾ ਸਿਖਾਵੇ, ਤਾਂ ਉਹ ਸਮੁੰਦਰ ਦੇ ਵਿੱਚ ਤੈਰਨ ਦੀ ਜੁਰਤ ਕਰ ਸਕਦਾ ਹੈ। ਅਦਰਵਾਈਜ਼ ਜਿਹੜਾ ਨਵਾਂ ਬੰਦਾ ਹੈ ਉਹ ਤਾਂ ਸਮੁੰਦਰ ਦੀ ਲਹਿਰਾਂ ਦੇ ਵਿੱਚ ਹੀ ਝਟਕੇ ਖਾ ਕੇ ਤੇ ਡੁੱਬ ਜਾਏਗਾ। तो इवें ही इस जगत संसार जगत के अंदर जो माया ਦੀਆਂ ਲਹਿਰਾਂ ਨੇ ਉਹ ਸਧਾਰਨ ਮਨੁੱਖ ਨੂੰ ਇਸ ਤਰੀਕੇ ਦੇ ਨਾਲ ਭਰਮਾ ਲੈਂਦੀਆਂ ਨੇ, ਫਸਾ ਲੈਂਦੀਆਂ ਨੇ ਕਿ ਇਨਸਾਨ ਜਿਹੜਾ ਹੈ ਆਪਣੇ ਜੀਵਨ ਦਾ ਜੋ ਅਸਲ ਮਕਸਦ ਹੈ ਉਹਦੇ ਵੱਲੋਂ ਬਿਲਕੁਲ ਹੀ ਅਵੇਸਲਾ ਹੋ ਜਾਂਦਾ ਹੈ ਤੇ ਮਾਇਆ ਦੇ ਵਿੱਚ ਹੀ ਖਚਤ ਹੋ ਕੇ ਆਪਣਾ ਜੀਵਨ ਅਜਾਈ ਗਵਾ ਲੈਂਦਾ ਹੈ। तो ਇਸੇ ਲਈ ਗੁਰਬਾਣੀ ਦੇ ਅੰਦਰ ਬਾਰ-ਬਾਰ ਗੁਰੂ ਦੀ ਗਾਈਡੈਂਸ, ਗੁਰੂ ਦੀ ਸ਼ਰਨ ਵਿੱਚ ਪੈ ਕੇ परमात्मा के नाम जपन की सिक्ख्या दी गई है, क्योंकि गुरु जो है वो प्रभु के नाल अभेद है, गुरु के नाल एकमिक है, वो उत्ते माया का प्रभाव नहीं है। सो इस करके जो आप तरिया होया है, आप प्रभु नाल मिलिया होया है, वो दूजियां नूं भी इस माया के प्रभाव तो बचा के परमात्मा के नाल मिलन की समर्था रखता है। तो यही गल इत्थे भी इस शब्द के राह के बंद गुरु रामदास पातशाह दृढ़ करवा रहे हैं कि सतगुरु भी जड़ा है वो अपने शरण में आए हुए गुरसिखां नूं हरि का नाम दृढ़ करवांदा है। अते इसे करके हे मेरे भरावो गुरु के सिखो, तुसी भी हरि का नाम जपो और इस गल के उत्ते भरोसा रखो कि हरि का नाम जड़ा है वो इस भवजल जगत तो तुहानूं पार कराउण दे समर्थ है, पार करा दिंदा है। बाकी के पदियां दे विच इसे विषय के दुआले ही जिहड़ी है वो गल चलती है। पहले पदे दे विच जिवें गुरु साहब ने कहा कि जिन्ने भी जी जंत इस जगत विच पैदा होए ने परमात्मा ने उन्हां दे सिर दे उत्ते जो है उन्हां दे सिर दे उत्ते लेख लिख दिते हैं ते वो जो परमात्मा ने उन्हां दे वास्ते जो लिखिया है उहदे मुताबक ही वो इस जगत विच विचरदे ने, उन्हां नूं उन्नी को समर्था मिलदी है, उहदे मुताबक ही वो काम करदे ने। ਤੇ ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਵਡਿਆਈ ਦਿੱਤੀ ਹੁੰਦੀ ਹੈ, ਉਹ ਪ੍ਰਮਾਤਮਾ ਦੀ ਭਗਤੀ ਦੇ ਕੰਮ ਵਿੱਚ ਲੱਗ ਜਾਂਦੇ ਹਨ। ਦੂਸਰੇ ਪਦੇ ਵਿੱਚ ਕਹਿੰਦੇ ਹਨ ਕਿ ਜੋ ਗੁਰ ਕੋ ਜਨ ਪੂਜੇ ਸੇਵੇ ਸੋ ਜਨ ਮੇਰੇ ਹਰ ਪ੍ਰਭ ਭਾਵੈ। तो ਜਿਹੜਾ ਵੀ ਕੋਈ ਇਨਸਾਨ
ਗੁਰੂ ਦੀ ਸ਼ਰਨ ਵਿੱਚ ਪੈ ਕੇ ਪਰਮਾਤਮਾ ਦੇ ਨਾਮ ਦੇ ਨਾਲ ਜੁੜਦਾ ਹੈ। ਪਰਮਾਤਮਾ ਦੀ ਉਹਦੇ ਉੱਤੇ ਖੁਸ਼ੀ ਹੁੰਦੀ ਹੈ ਤੇ ਹਰੀ ਨੂੰ ਇਹੀ ਪਸੰਦ ਹੈ ਕਿ ਜਿਹੜੇ ਵੀ ਗੁਰੂ ਕੇ ਸਿੱਖ ਹਨ, ਜਿਹੜੇ ਵੀ ਇਨਸਾਨ ਹਨ, ਉਹ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੇ ਦਿੱਤੇ ਹੋਏ ਉਪਦੇਸ਼ ਦੇ ਅਨੁਸਾਰ ਹੀ ਆਪਣੇ ਆਪ ਨੂੰ ਚਲਾਉਣ ਤਾਂ ਪਰਮਾਤਮਾ ਦੀ ਉਹਨਾਂ ਦੇ ਉੱਤੇ ਬਖਸ਼ਿਸ਼ ਹੁੰਦੀ ਹੈ। ਹਰ ਕੀ ਸੇਵਾ ਸਤਿਗੁਰ ਪੂਜੋ, ਕਰ ਕਿਰਪਾ ਆਪ ਕਰਾਵੇ। ਜਿਹੜਾ ਵੀ ਮਨੁੱਖ ਗੁਰੂ ਦਾ ਆਦਰ ਸਤਿਕਾਰ ਕਰਦਾ ਹੈ, ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ, ਇਹ ਭਾਵ ਕੀ ਹੈ, ਜਿਹੜਾ ਗੁਰੂ ਦੇ ਦਿੱਤੇ ਹੋਏ ਉਪਦੇਸ਼ ਦੀ ਕਮਾਈ ਕਰਦਾ ਹੈ, ਉਹ ਮਨੁੱਖ ਪਰਮਾਤਮਾ ਨੂੰ ਵੀ ਪਿਆਰਾ ਲੱਗਦਾ ਹੈ। ਜੋ ਗੁਰ ਕੋ ਜਨ ਪੂਜੇ ਸੇਵੇ, ਸੋ ਜਨ ਮੇਰੇ ਹਰ ਪ੍ਰਭ ਪਾਵੇ। ਔਰ ਪਰਮਾਤਮਾ ਦੀ ਸੇਵਾ ਭਗਤੀ ਵੀ ਕੀਤੀ ਜਾ ਸਕਦੀ ਹੈ ਗੁਰੂ ਦੀ ਸ਼ਰਨ ਵਿੱਚ ਪੈ ਕੇ ਹੀ। ਇਹ ਉਹਨਾਂ ਦੇ ਉੱਤੇ ਹੀ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ। ਔਰ ਇਸ ਦੇ ਉਲਟ ਜਿਹੜੇ ਲੋਕ ਕਰਮ ਕਾਂਡਾਂ 'ਚ ਫਸ ਜਾਂਦੇ ਹਨ, ਉਹ ਤੀਸਰੇ ਪਦੇ 'ਚ ਗੁਰੂ ਸਾਹਿਬ ਨੇ ਗੱਲ ਸਪਸ਼ਟ ਕੀਤੀ ਹੈ ਕਿ ਭਰਮ ਭੂਲੇ ਅਗਿਆਨੀ ਅੰਧਲੇ ਭਰਮ ਭਰਮ ਫੂਲ ਤੁਰਾਵੇ। ਭਟਕਣਾ ਵਿੱਚ ਪੈ ਕੇ, ਭੁਲੇਖਿਆਂ 'ਚ ਪੈ ਕੇ, ਫੁੱਲ ਆਦਿਕ ਤੋੜ ਕੇ, ਪੱਥਰ ਪੂਜਾ, ਮੂਰਤੀ ਪੂਜਾ ਆਦਿਕ ਦੇ ਵਿੱਚ ਜਿਹੜੇ ਅਗਿਆਨੀ ਬੰਦੇ ਕਰਮ ਕਾਂਡਾਂ 'ਚ ਫਸ ਜਾਂਦੇ ਹਨ, ਨਿਰਜਿਉ ਪੂਜੈ ਬੜਾ ਸਰੇਵੈ, ਸਭ ਬਿਰਥੀ ਕਾਲ ਗਵਾਵੇ। ਉਹਨਾਂ ਦੀ ਕੀਤੀ ਹੋਈ ਇਹ ਸਾਰੀ ਜਿਹੜੀ ਕਾਲਨਾ ਹੈ ਉਹ ਵਿਅਰਥ ਜਾਂਦੀ ਹੈ। ਕੋਈ ਉਹ ਨਿਰਜੀਓ ਮੂਰਤੀਆਂ ਨੂੰ ਪੂਜਦੇ ਨੇ, ਕੋਈ ਮੜੀਆਂ ਨੂੰ ਜਾ ਕੇ ਪੂਜਦੇ ਨੇ, ਮੱਥੇ ਟੇਕਦੇ ਨੇ, ਉਹ ਇਹਨਾਂ ਦੇ ਕੀਤੇ ਹੋਏ ਕਰਮ ਸਾਰੇ ਵਿਅਰਥ ਜਾਂਦੇ ਨੇ, ਕਿਉਂਕਿ ਉਹਨਾਂ ਦੇ ਵਿੱਚ ਪਰਮਾਤਮਾ ਦੇ ਨਾਲ ਪਿਆਰ ਦਾ ਸੰਬੰਧ ਬਣਨ ਦਾ ਕੋਈ ਵੀ ਤਰੀਕਾ ਹੁੰਦਾ ਨਹੀਂ ਹੈ। ਤਾਂ ਪਰਮਾਤਮਾ ਤੋਂ ਤਾਂ ਉਹ ਟੁੱਟੇ ਹੀ ਰਹਿੰਦੇ ਹਨ। ਸੋ ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਦ੍ਰਿੜ ਕਰਵਾ ਕੇ ਹੁਣ ਚੌਥੇ ਪਦੇ ਦੇ ਅੰਦਰ ਗੁਰੂ ਸਾਹਿਬ ਗੱਲ ਕਰਦੇ ਹਨ ਕਿ ਬ੍ਰਹਮ ਬਿੰਦੇ ਸੋ ਸਤਿਗੁਰ ਕਹੀਐ, ਹਰ ਹਰ ਕਥਾ ਸੁਣਾਵੇ। ਕਿ ਜਿਹੜਾ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਗੁਰੂ ਉਸੇ ਨੂੰ, ਸੱਚਾ ਗੁਰੂ ਉਸੇ ਨੂੰ ਵੀ ਆਖਿਆ ਜਾਂਦਾ ਹੈ। ਬ੍ਰਹਮ ਬਿੰਦੇ, ਪਰਮਾਤਮਾ ਦੀ ਜੋ ਸੋਝੀ ਰੱਖਦਾ ਹੈ, ਜਿਹਦੀ ਡੂੰਘੀ ਸਾਂਝ ਹੁੰਦੀ ਹੈ ਬ੍ਰਹਮ ਦੇ ਨਾਲ, ਪਰਮਾਤਮਾ ਦੇ ਨਾਲ, ਸੋ ਸਤਿਗੁਰ ਕਹੀ, ਉਸੇ ਨੂੰ ਹੀ ਸਤਿਗੁਰ ਕਿਹਾ ਜਾਂਦਾ ਹੈ। ਹਰ ਹਰ ਕਥਾ ਸੁਣਾਵੇ। ਐਸਾ ਗੁਰੂ ਹਮੇਸ਼ਾ ਪਰਮਾਤਮਾ ਦੀ ਸਿਫਤ ਸਲਾਹ ਦੀ ਗੱਲ ਹੀ ਸੁਣਾਉਂਦਾ ਹੈ, ਉਹੀ ਇਹੋ ਜਿਹਾ ਹੀ ਉਪਦੇਸ਼ ਕਰਦਾ ਹੈ। ਤਾਂ ਗੁਰੂ ਸਾਹਿਬ ਇੱਥੇ ਨਿਸ਼ਾਨੀ ਦੇ ਰਹੇ ਹਨ ਕਿ ਅਸਲ ਸਤਿਗੁਰੂ, ਸੱਚਾ ਸਤਿਗੁਰੂ ਕੌਣ ਹੈ। ਤਾਂ ਉਹ ਨਿਸ਼ਾਨੀ ਦੱਸ ਕੇ ਕਹਿੰਦੇ ਹਨ ਕਿ ਬ੍ਰਹਮ ਬਿੰਦੇ ਸੋ ਸਤਿਗੁਰ ਕਹੀਐ, ਹਰ ਹਰ ਕਥਾ ਸੁਣਾਵੇ। ਇਹ ਗੁਰੂ ਜਿਹੜਾ ਹੈ ਉਹ ਸਾਰੇ ਜਗਤ ਨੂੰ ਪਰਮਾਤਮਾ ਦੀ ਸਿਫਤ ਸਲਾਹ ਦਾ ਹੀ ਉਪਦੇਸ਼ ਸੁਣਾਉਂਦਾ ਹੈ। ਤੇ ਫਿਰ ਸਿੱਖ ਦਾ ਕੀ ਫਰਜ਼ ਬਣਦਾ ਹੈ, ਉਹ ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਗੱਲ ਸਮਝਾ ਰਹੇ ਹਨ ਕਿ ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁ ਵਿਧ, ਸਤਿਕਰ ਮੁਖ ਸੰਚੋ, ਤਿਸ ਪੁੰਨ ਕੀ ਫਿਰ ਤੋਟ ਨਾ ਆਵੇ। ਇਸ ਪੰਕਤੀ ਜਿਹੜੀ ਕਾਫੀ ਲੰਬੀ ਪੰਕਤੀ ਹੈ, ਇਹਦੇ ਵਿੱਚ ਵਿਸ਼ਰਾਮ ਦੇਣ ਵਾਸਤੇ ਥੋੜਾ ਧਿਆਨ ਦੇਣ ਦੀ ਜ਼ਰੂਰਤ ਹੈ, ਤਾਂ ਹੀ ਇਹਦੇ ਅਰਥ ਸਪਸ਼ਟ ਹੋਣਗੇ। ਤਾਂ ਮੈਂ ਇੱਕ ਵਾਰੀ ਫੇਰ ਇਹਦਾ ਪਾਠ ਕਰ ਰਿਹਾ ਇਸੇ ਪੰਕਤੀ ਦਾ। ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁ ਵਿਧ, ਵਿਧ ਤੋਂ ਬਾਅਦ ਕੌਮਾ, ਫਿਰ ਉਸ ਤੋਂ ਬਾਅਦ ਆਏਗਾ ਸਤਿਕਰ ਮੁਖ ਸੰਚੋ ਕੌਮਾ, ਤਿਸ ਪੁੰਨ ਕੀ ਫਿਰ ਤੋਟ ਨਾ ਆਵੇ। तो इसका भाव यह है कि जेड़ा गुरु ब्रह्म की जान पहचान रखता है, ब्रह्म के नाल दी सोझी रखता है, अते जेड़ा हमेशा ही परमात्मा की सिफत सलाह की सिक्ख्या देंदा है, उपदेश देंदा है, ऐसे गुरु दे उपदेश नूं सच कर मुख संचो, सच करके जो उस गुरु ने उपदेश दिता होया है, जो सिक्ख्या उसने दिती हुई है, उसनों सच जान के अपने मूँह दे राही परमात्मा दे नाम दा संग्रह करो, वाधा करो। जो कुछ पहला तुहाडे अंदर है उसनों होर वधाओ। सत कर मुख संचो, गुरु दे उपदेश नूं सच जान के ते जो गुरु दा उपदेश है कि परमात्मा दे नाम दा जाप करो, परमात्मा नूं याद रखो, चेते विच वसाओ, तां रसना द्वारा परमात्मा दा नाम जप के हिरदे विच ओहदी याद नूं टिकाणा, यही है मुख संचो। संचन का मतलब हुंदा इकट्ठा करना, ते इकट्ठा कित्थे करना है, वो अपने हिरदे विच ही संग्रह करना है, परमात्मा के नाम का संग्रह करना है अपने हिरदे विच, भाव उहदी याद नूं हमेशा अपने हिरदे च वसाना है। ये सिक्ख्या मिलदी कित्थों है? गुरु दे पासों। गुरु क्योंकि गुरु तां परमात्मा की सिफत सलाह की ही गल करता है, उहदा ही उपदेश दिंदा है,
ਤੇ ਗੁਰੂ ਸਾਹਿਬ ਕਹਿ ਰਹੇ ਹਨ ਕਿ ਉਸ ਨੂੰ ਸਤ ਕਰਕੇ, ਸੱਚ ਜਾਣ ਕੇ, ਮੁਖ ਦੇ ਰਾਹੀਂ ਰਸਨਾ ਦੁਆਰਾ ਪ੍ਰਮਾਤਮਾ ਦਾ ਨਾਮ ਜਪ ਕੇ ਹਿਰਦੇ ਦੇ ਵਿੱਚ ਉਸ ਦੇ ਨਾਮ ਦਾ ਸੰਗ੍ਰਹਿ ਕਰੋ। ਇਹੀ ਕੰਮ ਜਿਹੜਾ ਹੈ ਇਹ ਗੁਰੂ ਦੇ ਲਈ ਕੱਪੜੇ, ਭੋਜਨ ਅਤੇ ਕੀਮਤੀ ਬਿਸਤਰ ਆਦਿਕ ਦੇ ਤੁਲ ਹੈ। ਗੁਰੂ ਨੂੰ ਤੁਸੀਂ ਦੁਨਿਆਵੀ ਵਸਤੂਆਂ ਭੇਟ ਕਰੋ, ਇਹ ਤੁਹਾਡੀ ਸ਼ਰਧਾ ਹੈ, ਤੁਹਾਡਾ ਗੁਰੂ ਦੇ ਪ੍ਰਤੀ ਪਿਆਰ ਹੈ, ਸਤਿਕਾਰ ਹੈ। ਔਰ ਗੁਰੂ ਨੇ ਕੋਈ ਉਹ ਸਾਰੀਆਂ ਚੀਜ਼ਾਂ ਤੁਹਾਡੇ ਕੋਲੋਂ ਜੋ ਵੀ ਉਹਨੂੰ ਤੁਸੀਂ ਭੇਟ ਕਰਦੇ ਹੋ, ਉਹ ਕੋਈ ਇਕੱਠੀਆਂ ਕਰਕੇ ਆਪਣੇ ਖਜ਼ਾਨੇ ਨਹੀਂ ਬਣਾਉਣੇ, ਉਹਨੇ ਕੋਈ ਆਪਣਾ ਘਰ ਨਹੀਂ ਭਰਨਾ। ਗੁਰੂ ਦੇ ਦਰਬਾਰ ਵਿੱਚ ਤੁਸੀਂ ਜੋ ਚੀਜ਼ਾਂ ਵੀ ਅਰਪਣ ਕਰਦੇ ਹੋ, ਉਹ ਗੁਰੂ ਵੱਲੋਂ ਸੰਗਤ ਦੇ ਵਾਸਤੇ, ਲੋੜਵੰਦਾਂ ਦੇ ਵਾਸਤੇ ਹੀ ਅੱਗੇ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਗੁਰੂ ਦੀ ਅਸਲੀ ਸੇਵਾ ਜੋ ਹੈ, ਉਹ ਜਿਹੜੀਆਂ ਇਹਨਾਂ ਸਾਰੀਆਂ ਉੱਤਮ ਵਸਤੂਆਂ ਨੂੰ ਅਰਪਣ ਕਰਨ ਦੇ ਤੁਲ ਹੈ, ਉਹ ਹੈ ਗੁਰੂ ਦੇ ਉਪਦੇਸ਼ ਦੀ ਕਮਾਈ ਕਰਨੀ। ਸੋ ਇਸ ਲਈ ਗੁਰੂ ਸਾਹਿਬ ਇੱਥੇ ਜਿਹੜੀ ਪੰਕਤੀ ਗੱਲ ਕਰ ਰਹੇ ਹਨ ਕਿ ਤਿਸ ਗੁਰ ਕੋ ਸਾਧਨ ਭੋਜਨ, ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ। ਛਾਦਨ ਦਾ ਮਤਲਬ ਹੁੰਦਾ ਹੈ ਕੱਪੜੇ, ਭੋਜਨ, ਪਾਠ ਪਟੰਬਰ ਜਿਹੜੇ ਰੇਸ਼ਮੀ ਬੜੇ ਸੋਹਣੇ ਸੋਹਣੇ ਚੀਜ਼ਾਂ, ਬਹੁਤ ਅਨੇਕਾਂ ਪ੍ਰਕਾਰ ਦੀਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਰਤੋਂ ਵਿੱਚ ਆਉਣ ਵਾਲੀਆਂ ਨੇ। ਇਹਨਾਂ ਚੀਜ਼ਾਂ ਦੀ ਜੋ ਵੀ ਤੁਸੀਂ ਗੁਰੂ ਦੇ ਦਰਬਾਰ ਦੇ, ਗੁਰੂ ਦੇ ਦਰ ਦੇ ਉੱਤੇ ਅਰਪਣ ਕਰਦੇ ਹੋ, ਉਹ ਮੁਬਾਰਕ ਹਨ, ਕਿਉਂਕਿ ਇਹ ਸਾਰੀਆਂ ਦੀ ਵਰਤੋਂ ਹੋਣੀ ਹੈ ਗੁਰੂ ਦੀ ਸੰਗਤਾਂ ਦੇ ਲੋੜਾਂ ਪੂਰੀਆਂ ਕਰਨ ਵਾਸਤੇ। ਗੁਰੂ ਨੇ ਕੋਈ ਇਹ ਖਜ਼ਾਨੇ ਆਪਣੇ ਪਰਸਨਲ ਇਸਤੇਮਾਲ ਵਾਸਤੇ ਕਦੀ ਵੀ ਨਹੀਂ ਸੰਚਿਤ ਕਰਨੇ। ਪਰ ਇਹ ਸਭ ਦੇ ਤੁਲ ਅਸਲ ਜੋ ਗੁਰੂ ਦੇ ਨੂੰ ਦਿੱਤੀ ਹੋਈ ਇਹਨਾਂ ਸੇਵਾ ਦੇ ਬਰਾਬਰ ਜਿਹੜੀ ਹੈ, ਜਾਂ ਇਹਨਾਂ ਸਭ ਤੋਂ ਉੱਤਮ ਜਿਹੜੀ ਸੇਵਾ ਹੈ, ਉਹ ਹੈ ਸਤ ਕਰ ਮੁਖ ਸੰਚੋ। ਗੁਰੂ ਦੇ ਉਪਦੇਸ਼ ਨੂੰ ਸੱਚ ਜਾਣ ਕੇ ਔਰ ਰਸਨਾ ਰਾਹੀਂ ਪ੍ਰਭੂ ਦਾ ਨਾਮ ਜਪ ਕੇ ਹਿਰਦੇ ਦੇ ਅੰਦਰ ਪ੍ਰਮਾਤਮਾ ਦੇ ਨਾਮ ਨੂੰ ਦ੍ਰਿੜ ਕਰਨਾ, ਪ੍ਰਮਾਤਮਾ ਦੇ ਨਾਮ ਦਾ ਸੰਗ੍ਰਹਿ ਕਰਨਾ। ਤੋ ਇਹ ਨਾਮ ਰੂਪੀ ਧਨ ਇਕੱਠਾ ਕਰਨਾ ਜਿਹੜਾ ਹੈ, ਇਹ ਹੀ ਗੁਰੂ ਦੇ ਲਈ ਕੱਪੜੇ, ਭੋਜਨ, ਕੀਮਤੀ ਵਸਤਰ ਆਦਿਕ, ਇਹ ਸਾਰੀਆਂ ਨਾਮ ਰੂਪੀ ਖਜ਼ਾਨੇ ਦੇ ਨੂੰ ਇਕੱਠਾ ਕਰਨ ਦੇ ਨਾਲ ਇਹ ਸਭ ਉਹਦੇ ਤੁਲ ਹੋ ਜਾਂਦੀਆਂ ਹਨ। ਤੇ ਇਹ ਐਸਾ ਕਰਮ ਹੈ ਜਿਹੜਾ ਪ੍ਰਭੂ ਦੇ ਨਾਮ ਦੇ ਨਾਲ ਪ੍ਰੀਤ ਪਾਣੀ, ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਦ੍ਰਿੜ ਕਰਨਾ ਕਿ ਤਿਸ ਪੁੰਨ ਕੀ ਫਿਰ ਟੋਟ ਨਾ ਹੋਵੇ। ਪ੍ਰਭੂ ਦਾ ਨਾਮ ਤਾਂ ਐਸਾ ਖਜ਼ਾਨਾ ਹੈ ਜਿਹੜਾ ਜਿੰਨਾ ਵੰਡਿਆ ਜਾਵੇ, ਜਿੰਨਾ ਕਿਸੇ ਹੋਰ ਨੂੰ ਸਿੱਖਿਆ ਦਿੱਤੀ ਜਾਵੇ, ਇਹਦੇ 'ਚ ਹੋਰ ਹੀ ਵਾਧਾ ਹੁੰਦਾ ਹੈ। ਦੁਨਿਆਵੀ ਵਸਤੂਆਂ ਤਾਂ ਚਲੋ ਵੰਡੀਆਂ ਜਾਂਦੀਆਂ ਨੇ ਤਾਂ ਉਹ ਘਟਦੀਆਂ ਜਾਂਦੀਆਂ ਨੇ, ਜਿੰਨੀਆਂ ਤੁਸੀਂ ਇਕੱਠੀਆਂ ਕਰਦੇ ਹੋ, ਫਿਰ ਜੋ ਵੰਡਦੇ ਹੋ ਉਹਨਾਂ ਵਿੱਚ ਅੱਗੋਂ ਕਮੀ ਆਉਂਦੀ ਜਾਂਦੀ ਹੈ, ਫਿਰ ਤੁਹਾਨੂੰ ਹੋਰ ਭਰਨੀਆਂ ਪੈਂਦੀਆਂ ਨੇ। ਪਰ ਪ੍ਰਭੂ ਦਾ ਨਾਮ ਤਾਂ ਇੱਕ ਐਸਾ ਅਟੁੱਟ ਖਜ਼ਾਨਾ ਹੈ ਜਿਹਦੇ ਵਿੱਚ ਕਦੀ ਟੋਟ ਆਉਂਦੀ ਹੀ ਨਹੀਂ ਹੈ। ਸੋ ਇਹ ਗੱਲ ਜੋ ਹੈ ਗੁਰੂ ਸਾਹਿਬ ਨੇ ਇਸ ਪੰਕਤੀ ਦ੍ਰਿੜ ਕਰਵਾਈ ਹੈ ਕਿ ਤਿਸ ਪੁੰਨ ਕੀ ਫਿਰ ਟੋਟ ਨਾ ਹੋਵੇ। ਆਖਰੀ ਪੰਕਤੀਆਂ ਦੇ ਵਿੱਚ ਫਿਰ ਜੋ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਸਤਿਗੁਰ ਦਿਓ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ। ਕਿ ਸਤਿਗੁਰ ਤਾਂ ਆਪ ਹੀ परमात्मा की मूर्त है, परमात्मा का ही रूप है, और वो हमेशा ही आत्मक जीवन देने वाले नाम अमृत वाले वचन ही सुनाता है, वही उपदेश करता है। नानक भाग भले तिस जन के जो हर चरनी चित लावे। ते जिहड़ा भी इंसान गुरु की सिक्ख्या नूं मन के परमात्मा के चरणों में चित जुड़ता है, परमात्मा के नाम नूं अपने हृदय विच वसा लैंदा है, उहदे भाग उत्तम हुंदे हन। वो चंगे भागों वाला, चंगी किस्मत वाला इंसान होता है जिहड़ा गुरु के उपदेश की कमाई करता है। तो जिस पंक्ति का मेन क्लैरिफिकेशन मंगी गई सी, उहदा भी भाव अर्थ यही है कि गुरु के उपदेश नूं सत करके उसकी कमाई करना, गुरु के उपदेश नूं अपने जीवन विच अपना लेना। इतने वचन प्रवान करने जी। वाहिगुरू जी का खालसा वाहिगुरू जी की फतेह। कई शब्दों के बड़े डूंघे भाव होंदे ने, उन्हां विचों एक शब्द ये भी सी ਜਿਹੜਾ ਵੀਰ MP ਸਿੰਘ ਜੀ ਨੇ ਸਾਨੂੰ ਪੂਰੇ ਵਿਸਥਾਰ ਦੇ ਨਾਲ ਉਸ ਸ਼ਬਦ ਨੂੰ ਬੜੇ ਸੰਖੇਪ ਲਫ਼ਜ਼ਾਂ ਵਿੱਚ ਪਰ ਪੂਰਾ ਵਿਸਥਾਰ ਸਾਨੂੰ ਸਮਝਾ ਦਿੱਤਾ। ਬਹੁਤ ਬਹੁਤ ਆਪ ਜੀ ਦਾ ਧੰਨਵਾਦ ਹੈ। ਸਾਧ ਸੰਗਤ ਜੀ ਵਿੱਚ ਕਿਤੇ ਥੋੜਾ ਨੈਟ ਦੀ ਪ੍ਰੋਬਲਮ ਆ ਰਹੀ ਸੀ, ਆਵਾਜ਼ ਵੀ ਕੱਟੀ ਜਾਂਦੀ ਸੀ, ਉਹਦੇ ਲਈ ਆਪ ਤੋਂ ਖਿਮਾ ਮੰਗਦੇ। ਤੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਹੁਤ ਬਖਸ਼ਿਸ਼ ਕੀਤੀ ਸੰਸਾਰ ਤੇ, ਜਿਹੜੇ ਦੋ ਥੰਮ ਦੱਸੇ ਨੇ ਸੇਵਾ ਤੇ ਸਿਮਰਨ ਦੇ। ਇਸ ਸ਼ਬਦ ਚ ਹੀ ਜਿਸ ਤਰ੍ਹਾਂ ਵੀਰ ਜੀ ਨੇ ਐਕਸਪਲੇਨ ਕੀਤਾ ਕਿ ਸਰਗੁਣ ਤੇ ਨਿਰਗੁਣ ਸਰੂਪ, ਸਰਗੁਣ ਲਈ ਜੁੜਨ ਲਈ ਸਾਨੂੰ ਸਿਮਰਨ ਦੀ ਲੋੜ ਹੈ, ਔਰ ਖਿਮਾ ਕਰ ਨਿਰਗੁਣ ਲਈ, ਔਰ ਸਰਗੁਣ ਲਈ ਸੰਸਾਰਿਕ ਜਿਹੜੇ ਲੋੜਵੰਦ ਨੇ ਉਹਨਾਂ ਦੀ ਸੇਵਾ ਕਰਕੇ ਉਹਨਾਂ ਨਾਲ ਜੁੜ ਕੇ ਆਪਾਂ ਇਹ ਰੱਬੀ ਸੇਵਾ ਹੀ ਹੈ
ਫਰੀਦ ਸਾਹਿਬ ਜੀ ਨੇ ਬੜਾ ਸੁੰਦਰ ਆਖਿਆ ਕਿ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬਾਂ। ਤੋ ਇਸ ਕਰਕੇ ਸਾਡੇ ਚੰਗੇ ਭਾਗ ਹਨ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਐਸੀ ਅਗਵਾਈ ਮਿਲੀ ਹੈ ਜਿਹਦੇ ਕੋਈ ਸ਼ੱਕ ਸ਼ੁਬਾ ਨਹੀਂ ਹੈ। ਤੋ ਕਈਆਂ ਮਤਾਂ 'ਚ ਤਾਂ ਸ਼ਾਇਦ ਰੱਬ ਨੂੰ ਲੱਭਣਾ ਪੈਂਦਾ ਹੈ, ਬੜੀ ਔਖਿਆਈ ਹੁੰਦੀ ਹੈ, ਪਰੰਤੂ ਗੁਰੂ ਨਾਨਕ ਮੱਤ 'ਚ ਕੰਮ ਹੀ ਬੜਾ ਸੌਖਾ ਹੈ ਕਿ ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਲੈ। ਤੇ ਆਪਣੇ ਆਤਮਾ ਦੀ ਆਪਣੀ ਆਤਮਿਕ ਉਚਾਈ ਲਈ ਸਿਮਰਨ ਕਰੀਏ ਔਰ ਖਲਕਤ ਦੀ ਸੇਵਾ ਕਰਕੇ ਸੇਵਾ ਦਾ ਜਿਹੜਾ ਪੱਖ ਹੈ ਅਸੀਂ ਪੂਰਨ ਕਰ ਸਕਦੇ ਹਾਂ। ਦੋਨੋਂ ਗੱਲਾਂ ਵੀਰ ਜੀ ਨੇ ਸਾਨੂੰ ਸ਼ਬਦ ਵਿੱਚ ਸਮਝਾਈ ਨੇ। ਧੰਨਵਾਦ। ਤੋ ਸਾਧ ਸੰਗਤ ਜੀ, ਜਿਸ ਤਰ੍ਹਾਂ ਇਸ ਸਵਾਲ ਦੇ ਵਿੱਚ ਸ਼ਬਦ ਦੇ ਅਰਥ ਪੁੱਛੇ ਸਨ, ਕਿਉਂਕਿ ਡੂੰਘੇ ਬੜੇ ਅਰਥ ਨੇ, ਇਸੇ ਤਰ੍ਹਾਂ ਦੂਸਰਾ ਇੱਕ ਹੋਰ ਸਵਾਲ ਸਾਡੇ ਕੋਲ ਆਇਆ। ਅਸੀਂ ਦੇਖਦੇ ਹਾਂ ਕਿ ਜਿਸ ਵੇਲੇ ਗੁਰਬਾਣੀ ਦਾ ਪਾਠ ਅਸੀਂ ਕਰਦੇ ਹਾਂ, ਸਹਿਜ ਪਾਠ ਕਰਦੇ ਹਾਂ, ਤਾਂ ਹਰੇਕ ਸ਼ਬਦ ਦੇ ਉੱਤੇ ਉਹਦਾ ਟਾਈਟਲ ਦਿੱਤਾ ਹੁੰਦਾ ਹੈ। ਕਈ ਵਾਰੀ ਦੋਹਰੇ, ਕਈ ਵਾਰੀ ਸ਼ਲੋਕ, ਕਈ ਵਾਰੀ ਅਸ਼ਟਪਦੀਆਂ, ਦੁਪਦੇ, ਤਿਪਦੇ, ਚੌਪਦੇ, ਇਹੋ ਜਿਹੀਆਂ ਜਿਹੜੀਆਂ ਉੱਪਰ ਇੰਡੀਕੇਸ਼ਨਸ ਨੇ, ਉਹਨਾਂ ਨੂੰ ਵੀ ਸਮਝਣਾ ਜ਼ਰੂਰੀ ਹੈ। ਤੋ ਇੱਕ ਜੋ ਹੋਰ ਸ਼ਬਦ ਆਉਂਦਾ ਹੈ ਉਹ ਹੈ ਅੰਜਲੀ। ਤੋ ਸਵਾਲ ਇਹ ਹੈ ਕਿ ਜਿਹੜਾ ਲਫ਼ਜ਼ ਅੰਜਲੀ ਹੈ ਆਇਆ, ਇਹ ਹੈ ਤਾਂ ਟਾਈਟਲ ਦੇ ਉੱਤੇ ਸ਼ਬਦ ਦੇ, ਇਹਦੇ ਅਰਥ ਕੀ ਨੇ? ਅੰਜਲੀ ਕਿਸ ਕਰਕੇ ਅੰਜਲੀ ਦਾ ਸ਼ਬਦ ਵਰਤਿਆ ਗਿਆ, ਜਾਂ ਅੰਜਲੀ ਦੇ ਜਿਹੜੇ ਅੱਖਰੀ ਅਰਥ ਨੇ ਉਹ ਕੀ ਨੇ? ਮੈਂ ਬੇਨਤੀ ਕਰ ਰਿਹਾ ਭੈਣ ਮਨਿੰਦਰ ਕੌਰ ਜੀ ਨੂੰ ਵੀ ਆਪਣੇ ਆਪ ਨੂੰ ਅਨਮਿਊਟ ਕਰ ਲਓ ਜੀ ਔਰ ਸੰਗਤ ਨੂੰ ਇਹਦੇ ਬਾਰੇ ਚਾਨਣਾ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਵੀਰ ਜੀ ਨੇ ਦੱਸਿਆ ਹੈ, ਅੱਜ ਦਾ ਜਿਹੜਾ ਸਾਡਾ ਸਵਾਲ ਹੈ ਕਿ ਸਿਰਲੇਖ ਅੰਜਲੀਆਂ ਵਿੱਚ ਅੰਜਲੀ ਦਾ ਕੀ ਭਾਵ ਹੈ, ਅੰਜਲੀਆਂ ਦਾ ਕੀ ਭਾਵ ਹੈ। ਤੇ ਅੰਜਲੀਆਂ ਜਿਹੜਾ ਸ਼ਬਦ ਹੈ ਇਹ ਸੰਸਕ੍ਰਿਤ ਅੰਜਲੀ ਦਾ ਬਹੁਵਚਨ ਹੈ, ਜਿਸ ਦਾ ਅਰਥ ਹੈ ਅਰਦਾਸ, ਸ਼ਰਧਾ ਜਾਂ ਪ੍ਰਣਾਮ ਕਰਨਾ, ਜਿਸ ਨੂੰ ਅਸੀਂ ਬੋਲਦੇ ਹਾਂ ਦੋਵੇਂ ਹੱਥ ਦੀਆਂ ਹਥੇਲੀਆਂ ਨੂੰ ਇਕੱਠੇ ਕਰਕੇ ਹੱਥ ਜੋੜਨਾ, ਜਿਸ ਤਰ੍ਹਾਂ ਕਿ ਅਸੀਂ ਫਤਿਹ ਬੁਲਾਉਣ ਲੱਗਿਆਂ ਵੀ ਕਰਦੇ ਹਾਂ, ਜਿਸ ਨੂੰ ਅਸੀਂ ਪੰਜਾਬੀ ਵਿੱਚ ਬੁੱਕ ਵੀ ਕਹਿੰਦੇ ਹਾਂ। ਇਸ ਦਾ ਸਾਡੇ ਗੁਆਂਢੀ ਮਤਾਂ ਵਿੱਚ ਧਾਰਮਿਕ ਭਾਵ ਪਾਣੀ ਦੀ ਉਸ ਚੁੱਲ੍ਹੀ ਤੋਂ ਹੈ ਜੋ ਦੇਵੀ ਦੇਵਤਿਆਂ ਨਿਮਿਤ ਅਰਪਿਤ ਕੀਤੀ ਜਾਂਦੀ ਹੈ, ਪਰ ਗੁਰਮਤਿ ਇਹਨਾਂ ਗੱਲਾਂ ਨੂੰ ਨਹੀਂ ਮੰਨਦੀ ਹੈ। ਅੰਜਲੀ ਸਿਰਲੇਖ ਹੇਠ ਮਾਰੂ ਮਹਿਲਾ 5ਵਾਂ ਘਰ 7ਵਾਂ ਤੇ ਅੰਕ 1007 ਤੇ ਸਿਰਲੇਖ ਹੇਠ 2 ਸ਼ਬਦ ਹਨ। ਇਹਨਾਂ ਵਿੱਚ ਪਹਿਲੇ ਸ਼ਬਦ ਵਿੱਚ 3-3 ਤੁਕਾਂ ਦੇ 4 ਬੰਦ ਹਨ ਅਤੇ ਦੂਜੇ ਸ਼ਬਦ ਵਿੱਚ 5 ਬੰਦ ਹਨ। ਜਿਨ੍ਹਾਂ ਵਿੱਚੋਂ 4 ਬੰਦ ਵਿੱਚ 1-1 ਤੁਕ ਅਤੇ 5ਵੇਂ ਬੰਦ ਵਿੱਚ 2 ਤੁਕਾਂ ਹਨ। ਇਹਨਾਂ ਸ਼ਬਦਾਂ ਵਿੱਚ ਪਰਮਾਤਮਾ ਅੱਗੇ ਹੱਥ ਜੋੜ ਕੇ ਅਰਜ਼ੋਈ ਕੀਤੀ ਗਈ ਹੈ ਅਤੇ ਆਪਣੇ ਆਪ ਨੂੰ ਸਮਰਪਿਤ ਕਰਨ ਲਈ ਜਿਗਿਆਸੂਆਂ ਨੂੰ ਪ੍ਰੇਰਣਾ ਦਿੱਤੀ ਗਈ ਹੈ, ਕਿਉਂਕਿ ਪਰਮਾਤਮਾ ਸਭ ਦੀ ਸਦਾ ਦੇਖਭਾਲ ਕਰਦਾ ਹੋਇਆ ਉਸ ਦਾ ਹਿਤ ਚਿੰਤਕ ਹੈ। ਤੇ ਮਾਰੂ ਰਾਗ ਵਿੱਚ ਹੀ 1019 ਅੰਕ ਤੇ ਮਾਰੂ ਮਹਿਲਾ 5ਵਾਂ ਘਰ 8ਵਾਂ ਅਸ਼ਟਪਦੀਆਂ। ਇਸ ਸਿਰਲੇਖ ਵਿੱਚ ਵੀ ਗੁਰੂ ਅਰਜਨ ਸਾਹਿਬ ਜੀ ਦੇ ਹੀ 2 ਸ਼ਬਦ ਦਰਜ ਹਨ। ਅਸ਼ਟਪਦੀਆਂ ਵਾਲੇ ਸ਼ਬਦ ਵਿੱਚ ਜਿਗਿਆਸੂ ਨੂੰ ਉਤਸ਼ਾਹਿਤ ਕੀਤਾ ਗਿਆ ਹੈ ਕਿ ਉਹ ਆਪਣੇ ਆਪ ਨੂੰ ਮਾਇਆ ਦੇ ਪ੍ਰਭਾਵ ਤੋਂ ਸਦਾ ਬਚਾ ਕੇ ਅਤੇ ਮਾੜੇ ਕਰਮਾਂ ਦਾ ਤਿਆਗ ਕਰਕੇ ਪਰਮਾਤਮਾ ਦੀ ਭਗਤੀ ਵਿੱਚ ਰਮਿਆ ਰਹੋ ਤੇ ਇਸ ਚਲਾਇਮਾਨ ਸੰਸਾਰ ਵਿੱਚ ਜਾਂ ਇਸ ਸੰਸਾਰ ਨਾਲ ਮੋਹ ਪਾਉਣ ਦਾ ਕੋਈ ਲਾਭ ਨਹੀਂ ਹੈ। ਅੰਜਲੀ ਸ਼ਬਦ ਗੌੜੀ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੇ ਸ਼ਬਦ ਵਿੱਚ 171 ਅੰਕ ਤੇ ਆਉਂਦਾ ਹੈ ਤੇ ਨਾਲ ਹੀ ਹੈ ਸੋਹਿਲਾ ਬਾਣੀ ਵਿੱਚ ਵੀ ਹੈ ਉਹੀ ਸ਼ਬਦ। ਕਰ ਅੰਜਲੀ ਪੁੰਨ ਵੱਡਾ ਹੈ। ਅੰਜਲੀ ਲਫ਼ਜ਼ ਵਰਤਿਆ ਗਿਆ ਹੈ, ਉੱਥੇ ਵੀ ਇਸ ਦਾ ਅਰਥ ਹੈ ਹੱਥ ਜੋੜਨੇ, ਯਾਚਨਾ ਕਰਨੀ, ਮੰਗਣਾ। ਗੁਰੂ ਕੋਲੋਂ ਮੰਗਾਂਗੇ ਤੇ ਫਿਰ ਅਸੀਂ ਕੀ ਮੰਗਣਾ ਹੈ? ਨਾਮ ਦੀ ਦਾਤ ਮੰਗਾਂਗੇ, ਸੋਨਾ ਜੀਵਨ ਮੰਗਾਂਗੇ। ਇਹ ਵੱਡਾ ਪੁੰਨ ਕਰਮ ਹੈ। ਜੇ ਤੂੰ ਕਰਨਾ ਹੈ ਤੇ ਇਹ ਕੰਮ ਕਰ, ਗੁਰੂ ਕੋਲੋਂ ਜੀਵਨ ਜਾਚ ਮੰਗ। ਆਪਣੇ ਇਸ਼ਟ ਪਾਸੋਂ ਖੈਰ ਮੰਗਣੀ, ਅਰਦਾਸ ਕਰਨੀ, ਬੇਨਤੀ ਕਰਨੀ। ਗੁਰੂ ਦੇ ਕੋਲ ਬੈਠ ਕੇ ਮੈਨੂੰ ਪਰਮਾਤਮਾ ਨਾਮ ਦੀ ਦਾਤ ਦੇਵੋ। ਗੁਰੂ ਕੋਲੋਂ ਜਾਚਨਾ ਕੀਤੀ ਹੈ ਕਿ ਨਾਮ ਦੀ ਬਖਸ਼ਿਸ਼ ਪ੍ਰਾਪਤ ਹੋਵੇ ਤੇ ਨਾਮ ਦੀ ਦਾਤ ਮੰਗਣਾ ਹੀ ਸਾਡੇ ਜੀਵਨ ਦਾ ਸਭ ਤੋਂ ਵੱਡਾ ਪੁੰਨ ਕਰਮ ਹੈ। ਸਿਰਫ ਮੰਗਣਾ ਹੀ ਨਹੀਂ, ਇਸ ਦਾਤ ਨੂੰ ਆਪਣੇ ਜੀਵਨ ਵਿੱਚ ਵਸਾ ਸਕੀਏ, ਗੁਰੂ ਅਨੁਸਾਰੀ ਜ਼ਿੰਦਗੀ ਜੀ ਸਕੀਏ।
ਇਸ ਗੱਲ ਦੀ ਅਰਜ਼ੋਈ ਬੇਨਤੀ ਜਾਂ ਅਰਦਾਸ ਕੀਤੀ ਗਈ ਹੈ। ਪਰਮਾਤਮਾ ਦੇ ਹੁਕਮ ਅਤੇ ਰਜ਼ਾ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ। ਸੋ ਸਮਝਣ ਵਾਲੀ ਗੱਲ ਹੈ ਕਿ ਲੋਕ ਸੰਗੀਤ ਜਾਂ ਦੇਸੀ ਧਾਰਨਾ ਦੇ ਆਧਾਰ ਤੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਗਈ ਹੈ। ਇਸ ਵਿੱਚੋਂ ਇੱਕ ਅੰਜਲੀ ਹੈ। ਬੇਨਤੀ ਦੇ ਸ਼ਬਦਾਂ ਦਾ ਬੋਲ, ਬੇਨਤੀ ਦੇ ਸ਼ਬਦਾਂ ਜਾਂ ਬੋਲਾਂ ਨੂੰ ਅੰਜਲੀ ਕਿਹਾ ਗਿਆ ਹੈ, ਜਿਸ ਦਾ ਅਰਥ ਹੈ ਅਰਦਾਸ। ਤੇ ਇਹ ਅੰਜਲੀ ਸਿਰਲੇਖ ਹੇਠ ਦਰਜ ਹਨ। ਉਮੀਦ ਹੈ ਕਿ ਮੈਂ ਗੱਲ ਸਪਸ਼ਟ ਕਰ ਸਕੀ ਹੋਵਾਂਗੀ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਦੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਬਹੁਤ ਹੀ ਅਨਮੋਲ ਅਨੂਪ ਤੋਹਫਾ ਨੇ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਨੂੰ ਅਧਿਆਤਮਕ ਅਗਵਾਈ ਮਿਲਦੀ ਹੈ, ਜੀਵਨ ਦੇ ਹਰ ਪਹਿਲੂ ਤੇ ਅਗਵਾਈ ਮਿਲਦੀ ਹੈ। ਉੱਥੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਐਡੀਟਿੰਗ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਹੈ, ਉਹ ਸਾਹਿਤਕ ਪੱਖੋਂ ਇੱਕ ਬਹੁਤ ਅਮੀਰ ਚੀਜ਼ ਹੈ ਔਰ ਇਹਦਾ ਕੋਈ ਮੁਕਾਬਲਾ ਨਹੀਂ। ਤੋ ਇਸੇ ਤਰ੍ਹਾਂ ਇਹ ਜੋ ਅੰਜਲੀ ਲਫ਼ਜ਼ ਹੈ, ਇਹ ਇੱਕ ਸਾਹਿਤਕ ਵੰਨਗੀ। ਤੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਸਾਨੂੰ ਹੋਰ ਜੀਵਨ ਦੇ ਹਰ ਪੱਖ ਦੀ ਅਗਵਾਈ ਮਿਲਦੀ ਹੈ, ਸਾਹਿਤਕ ਪੱਖੋਂ ਵੀ, ਜਿਵੇਂ ਮੈਂ ਪਹਿਲੇ ਬੇਨਤੀ ਕੀਤੀ ਹੈ, ਦੋਹਰੇ ਸ਼ਲੋਕ, ਦੁਪਦੇ, ਤਿਪਦੇ, ਚੌਪਦੇ, ਅਸ਼ਟਪਦੀਆਂ, ਅੱਗੋਂ ਉਸ ਤੋਂ ਬਾਅਦ ਛੰਤ, ਬੜਾ ਕੁਝ ਜਿਹੜੀ ਸਾਹਿਤਕ ਵੰਨਗੀਆਂ ਨੇ ਉਹ ਬੜੇ ਬਾ ਕਮਾਲ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਵਰਤੀਆਂ ਮਿਲਦੀਆਂ ਨੇ। ਉਸੇ ਤਰ੍ਹਾਂ ਇਹ ਅੰਜਲੀ ਵੀ ਇੱਕ ਸਾਹਿਤਕ ਵੰਨਗੀ ਵੀ ਹੈ। ਤੇ ਜਿਸ ਤਰ੍ਹਾਂ ਭੈਣ ਜੀ ਨੇ ਦੱਸਿਆ, ਇਹਦੇ ਅਰਥ ਵੀ ਸਾਨੂੰ ਦੱਸੇ ਨੇ। ਆਪਾਂ ਰੋਜ਼ ਸੋਹਿਲਾ ਸਾਹਿਬ ਦੀ ਬਾਣੀ ਚ ਪੜ੍ਹਦੇ ਹਾਂ, ਕਰ ਅੰਜਲੀ ਪੁੰਨ ਵੱਡਾ ਹੈ। ਤੋ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਇਸ ਸਵਾਲ ਦਾ ਸਾਨੂੰ ਕਲੈਰੀਫਿਕੇਸ਼ਨ ਸਫਾਈ ਜਿਹੜੀ ਸਾਨੂੰ ਦਿੱਤੀ ਹੈ। ਤੋ ਆਸ ਹੈ ਕਿ ਇਹਦੇ ਭੈਣ ਜੀ ਦੇ ਉੱਤਰ ਤੋਂ ਸੰਗਤ ਨੂੰ ਵੀ ਜ਼ਰੂਰ ਇਹਦੀ ਤਸੱਲੀ ਹੋਈ ਹੋਏਗੀ। ਤਾਂ ਇਸੇ ਤਰ੍ਹਾਂ ਬੇਨਤੀ ਜ਼ਰੂਰ ਹੈ ਕਿ ਇਹੋ ਜਿਹੇ ਸਵਾਲ ਆਉਣੇ ਬੜੇ ਜ਼ਰੂਰੀ ਨੇ, ਤਾਂ ਜੇ ਸਾਨੂੰ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾ ਸਕੇ ਸਮਝਣ ਦੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਕੀ ਹੈ ਔਰ ਗੁਰੂ ਗ੍ਰੰਥ ਸਾਹਿਬ ਦੀ ਬਣਤਰ ਕੀ ਹੈ। ਤੋ ਮੈਂ ਬੇਨਤੀ ਕਰਾਂਗਾ ਸੰਗਤ ਨੂੰ ਵੀ ਇਹੋ ਜਿਹੇ ਸਵਾਲ ਹੋਰ ਭੇਜੋ। ਇਹਦੇ ਨਾਲ ਕੀ ਹੈ ਕਿ ਰਲ ਮਿਲ ਕੇ ਇਹਦੇ ਜੋ ਖੋਜ ਕਰਨ ਦੀ ਜਾਂ ਉਹਦਾ ਉੱਤਰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅੰਤ ਤਾਂ ਕੋਈ ਨਹੀਂ ਪਾ ਸਕਦਾ, ਪਰੰਤੂ ਜਿਵੇਂ ਸਮੁੰਦਰ ਬਹੁਤ ਗਹਿਰਾ ਹੈ, ਕੋਈ ਉਹਦਾ ਅੰਤ ਨਹੀਂ ਪਾ ਸਕਦਾ, ਪਰੰਤੂ ਜਿੰਨੀਆਂ ਗਹਿਰੀਆਂ ਟੁੱਬੀਆਂ ਲਾਉਣ ਵਾਲੇ ਨੇ, ਉਹਨੇ ਵਿੱਚੋਂ ਹੀਰੇ ਮੋਤੀ ਰਤਨ ਲੱਭ ਕੇ ਲਿਆਉਂਦੇ ਨੇ। ਤੋ ਅਸੀਂ ਵੀ ਗੁਰੂ ਗ੍ਰੰਥ ਸਾਹਿਬ 'ਚ ਇਹ ਜਿਹੜੇ ਬਹੁਤ ਸਾਰੇ ਮੌਜੂਦ ਹੀਰੇ ਰਤਨ ਨੇ, ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰੂ ਕੀ ਸਿੱਖ ਸੁਣੀ, ਗੁਰੂ ਦੀ ਸਿੱਖਿਆ ਸੁਣੀਏ, ਇਹਦੇ ਵੱਲ ਜੁੜੀਏ। ਇਹ ਗੁਰੂ ਗ੍ਰੰਥ ਸਾਹਿਬ ਇੱਕ ਬਹੁਤ ਹੀ ਅਨਮੋਲ ਭੰਡਾਰ ਹੈ, ਇਹਦਾ ਸਾਨੂੰ ਬਹੁਤ ਲਾਭ ਜਿਹੜਾ ਲੈਣ ਦੀ ਲੋੜ ਹੈ। ਅੱਜ ਤੱਕ ਮੈਂ ਸੋਚਦਾ ਵੀ ਸਾਡੀ ਕੌਮ ਕੋਲ ਇਹ ਐਡਾ ਵੱਡਾ ਭੰਡਾਰ ਹੋਣ ਦੇ ਬਾਵਜੂਦ ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਇਹਨੂੰ ਪੂਰੀ ਤਰ੍ਹਾਂ ਨਾ ਤੇ ਆਪ ਸਮਝ ਸਕੇ ਹਾਂ ਤੇ ਨਾ ਹੀ ਦੁਨੀਆ ਦੇ ਸਾਹਮਣੇ ਪੇਸ਼ ਕਰ ਸਕੇ। ਵਰਨਾ ਜਿਨ੍ਹਾਂ ਨੇ ਵੀ ਇਸ ਪਾਸੇ ਧਿਆਨ ਦਿੱਤਾ ਹੈ, ਉਹ ਉਹਨਾਂ ਨੇ ਇਹ ਕਹਿਣ ਤੇ ਮਜਬੂਰ ਹੋਏ ਨੇ ਕਿ ਅਗਰ ਕੋਈ ਯੂਨੀਵਰਸਲ ਗ੍ਰੰਥ ਹੈ, ਸਰਬ ਸਾਂਝੀ ਗੁਰਬਾਣੀ ਦਾ ਕੋਈ ਗ੍ਰੰਥ ਹੈ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਔਰ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਹੀ ਤਰੀਕੇ ਨਾਲ ਪ੍ਰਚਾਰਿਆ ਜਾਏ ਤਾਂ ਸਾਰੀ ਸੰਸਾਰ ਤੇ ਹਲੇਮੀ ਰਾਜ ਜਿਹੜਾ ਉਹ ਕਾਇਮ ਹੋ ਸਕਦਾ। ਤੋ ਭੈਣ ਜੀ ਇੱਕ ਵਾਰੀ ਤੁਹਾਡਾ ਫੇਰ ਧੰਨਵਾਦ ਹੈ। ਹੁਣ ਮੈਂ ਬੇਨਤੀ ਕਰਨ ਲੱਗਾ ਵੀਰ ਹਰਜੀਤ ਸਿੰਘ ਜੀ ਨੂੰ, ਵੀ ਸਾਨੂੰ ਪੁੱਛਿਆ ਗਿਆ ਕਿ ਆਮ ਤੌਰ ਤੇ ਅਸੀਂ ਲਫ਼ਜ਼ ਵਰਤਦੇ ਹਾਂ ਜੀ ਮੀਰੀ ਪੀਰੀ, ਇਹ ਮੀਰੀ ਪੀਰੀ ਹੈ ਕਿ ਪੀਰੀ ਮੀਰੀ ਹੈ। ਤੋ ਮੈਂ ਹਰਜੀਤ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਹਦੇ ਬਾਰੇ ਦੱਸੋ ਵੀ ਮੀਰੀ ਪੀਰੀ ਕਹਿਣਾ ਜਾਇਜ਼ ਹੈ ਜਾਂ ਪੀਰੀ ਮੀਰੀ ਕਹਿਣਾ ਜਿਹੜਾ ਸਹੀ ਲਿਖ ਕਿਹੜਾ ਹੈ। ਹਾਂਜੀ ਹਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੀਰੀ ਪੀਰੀ ਜਾਂ ਪੀਰੀ ਮੀਰੀ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਸਮਝ ਲਈਏ, ਇਹ ਜ਼ਰੂਰੀ ਚੀਜ਼ ਹੈ ਸਾਡੇ ਲਈ। ਮੀਰੀ ਤੇ ਪੀਰੀ ਹੈ ਕੀ ਚੀਜ਼, ਜਾਂ ਪੀਰੀ ਤਾਂ ਮੀਰੀ, ਜਾਂ ਮੀਰੀ ਜਾਂ ਪੀਰੀ, ਇਹ ਚੀਜ਼ ਕੀ ਹੈ। ਕਰਤੇ ਪੁਰਖ ਮਾਲਕ ਦੀ ਜਦੋਂ ਕੁਦਰਤ ਵੱਲ ਆਪਾਂ ਝਾਤ ਮਾਰਦੇ ਹਾਂ, ਇੱਕ ਬੜੀ ਹੈਰਾਨ ਕਰ ਦੇਣ ਵਾਲੀ ਖੇਡ ਉਸ ਮਾਲਕ ਦੀ ਸਾਡੇ ਸਾਹਮਣੇ ਆਉਂਦੀ ਹੈ ਵੀ ਇੱਕੋ ਵਸਤੂ ਦੇ ਵਿੱਚ ਦੋ ਵਿਰੋਧੀ ਗੁਣ ਜਿਹੜੇ ਰੱਖੇ ਹੋਏ ਨੇ। ਜਿਵੇਂ ਗੁਲਾਬ ਦਾ ਬੂਟਾ ਹੁੰਦਾ ਹੈ, ਉਹਨੂੰ ਅਸੀਂ ਵੇਖੀਏ, ਡਾਲੀ ਦੇ ਉੱਤੇ ਕਿੰਨਾ ਸੋਹਣਾ ਫੁੱਲ ਲੱਗਾ ਹੁੰਦਾ ਹੈ, ਪਰ ਨਾਲ ਉਹਦੇ ਜਿੱਥੇ ਖੁਸ਼ਬੂ ਹੈ ਉੱਥੇ ਕੰਡੇ ਵੀ ਹਨ। ਬਰਸਾਤ ਹੁੰਦੀ ਹੈ,
ਜਿੱਥੇ ਉਹ ਬਰਸਾਤ ਕੰਮ ਸਵਾਰਦੀ ਹੈ, ਉੱਥੇ ਇਹਦੇ ਵਿੱਚੋਂ ਅਸਮਾਨ ਚੋਂ ਨਿਕਲੀ ਹੋਈ ਬਿਜਲੀ ਜਿਹੜੀ ਆ ਸਾੜ ਕੇ ਸੁਆਹ ਵੀ ਕਰ ਦਿੰਦੀ। ਇੱਕ ਹਰਿਆਵਲ ਲਿਆਉਂਦੀ ਹੈ, ਇੱਕ ਸੁਆਹ ਕਰ ਦਿੰਦੀ। ਦੋਨੇ ਗੁਣ ਉਹਦੇ ਵਿੱਚ ਹੀ ਮੌਜੂਦ ਹਨ। ਇਸੇ ਤਰ੍ਹਾਂ ਮਨੁੱਖ ਦੇ ਅੰਦਰ ਵੀ ਇਹ ਦੋਨੇ ਸ਼ਕਤੀਆਂ ਮੌਜੂਦ ਹਨ। ਇੱਕ ਹੈ ਸ਼ਕਤੀ, ਦੂਜੀ ਹੈ ਕੋਮਲਤਾ। ਸਖਤੀ ਤੋਂ ਬਹਾਦਰੀ ਤੇ ਸੂਰਮਤਾ ਪੈਦਾ ਹੁੰਦੀ ਹੈ ਤੇ ਕੋਮਲਤਾ ਤੋਂ ਦਇਆ ਤੇ ਪਿਆਰ ਦੇ ਗੁਣ ਪੈਦਾ ਹੁੰਦੇ ਹਨ। ਹੈ ਦੋਵੇਂ ਤਾਕਤਾਂ ਜ਼ਰੂਰੀ, ਤੇ ਦੋਵੇਂ ਤਾਕਤਾਂ ਦੇ ਇਕੱਠੇ ਰਹਿਣ ਵਿੱਚ ਹੀ ਇਸ ਸਮਾਜ ਦੀ, ਸੰਸਾਰ ਦੀ ਭਲਾਈ ਹੈ। ਜੇ ਕਿਸੇ ਗੁਣ ਵੱਲ ਝੁਕਾਅ ਵੱਧ ਜਾਵੇ ਤੇ ਦੂਜਾ ਗੁਣ ਕਮਜ਼ੋਰ ਹੋ ਜਾਂਦਾ ਹੈ, ਫਿਰ ਜੀਵਨ ਇੱਕ ਆਈਡੀਅਲ ਜੀਵਨ ਨਹੀਂ ਰਹਿੰਦਾ, ਆਦਰਸ਼ਕ ਜੀਵਨ ਜਿਹੜਾ ਹੈ ਉਹ ਨਹੀਂ ਬਣ ਸਕਦਾ। ਜੇ ਅਸੀਂ ਇਤਿਹਾਸ ਨੂੰ ਥੋੜਾ ਜਿਹਾ ਖੋਲ ਕੇ ਵੇਖਦੇ ਹਾਂ ਜਾਂ ਪਿੱਛੇ ਵੱਲ ਜਾਂਦੇ ਹਾਂ, ਇਹਦੇ ਵਿੱਚ ਜੇ ਥੋੜਾ ਜਿਹਾ ਕੁਝ ਪਿੱਛੇ ਗੁਰੂ ਨਾਨਕ ਕਾਲ ਤੋਂ ਪਹਿਲਾਂ ਨੂੰ ਅਸੀਂ ਚੱਲੀਏ, ਜਿਨ੍ਹਾਂ ਨੇ ਕੇਵਲ ਬਹਾਦਰੀ ਅੰਦਰ ਆਪਣੀ ਸੁਰਤ ਜੋੜੀ, ਉਹ ਜਾਬਰ ਅਤੇ ਅਨਿਆਈ ਬਣ ਗਏ। ਜੋ ਨਿਰੇ ਦਇਆ ਭਜਨ ਦੇ ਬੰਦਗੀ ਵਿੱਚ ਬੈਠੇ ਰਹੇ, ਉਹ ਕਾਇਰ ਤੇ ਬੁਜ਼ਦਲ ਬਣ ਗਏ। ਹਿੰਦੂ ਹਿੰਸਾ ਦੇ ਪੁਜਾਰੀ ਤੇ ਮੁਸਲਮਾਨ ਜਹਾਦ ਦੇ ਆਸ਼ਿਕ, ਜਿਹਨਾਂ ਧਰਮਾਂ ਨੂੰ ਅਸੀਂ ਦੇਖਦੇ ਹਾਂ ਜੋ ਉਸ ਵੇਲੇ ਇਸ ਭਾਰਤ ਦੀ ਧਰਤੀ ਤੇ ਚੱਲਦੇ ਸੀ, ਇੱਕ ਅਹਿੰਸਾ ਦੇ ਪੁਜਾਰੀ ਸਨ ਤੇ ਇੱਕ ਜਹਾਦ ਦੇ ਆਸ਼ਿਕ ਸਨ। ਇਹ ਸਾਰਿਆਂ ਨੂੰ ਪਤਾ ਹੈ, ਸਾਰੇ ਇਸ ਗੱਲ ਨੂੰ ਜਾਣਦੇ। ਮਨੂ ਦੀ ਵਰਨ ਵੰਡ ਨੇ ਇਨਸਾਨੀ ਗੁਣਾਂ ਨੂੰ ਵੀ ਵੰਡ ਦਿੱਤਾ। ਬ੍ਰਾਹਮਣ ਕੇਵਲ ਪਰਮਾਰਥ ਦੇ ਰਾਖੇ ਬਣ ਗਏ, ਧਰਮ ਕਰਮ ਕਰਨ ਦਾ ਹੱਕ ਉਹਨਾਂ ਨੂੰ ਮਿਲ ਗਿਆ। ਖੱਤਰੀ ਤਲਵਾਰ ਦੇ ਆਸ਼ਿਕ ਬਣ ਗਏ, ਤਲਵਾਰ ਦੇ ਮਾਲਕ ਹੋ ਗਏ, ਸ਼ਸਤਰ ਵਿਦਿਆ ਦੇ ਉਹਨਾਂ ਦੇ ਹਵਾਲੇ ਕਰ ਦਿੱਤੀ ਗਈ। ਵੈਸ਼ ਤੇ ਸ਼ੂਦਰ ਮਨੁੱਖਤਾ ਦੇ ਹੇਠਲੇ ਦਰਜੇ 'ਚ ਰਹਿ ਗਏ। ਜੇ ਬੋਧੀਆਂ ਤੇ ਜੈਨੀਆਂ ਨੇ ਆਪਣੇ ਸੇਵਕਾਂ ਨੂੰ ਭਿਕਸ਼ੂ ਬਣਨ ਤੇ ਹੀ ਸਾਰਾ ਜ਼ੋਰ ਦਿੱਤਾ। ਸੋ ਇੱਕ ਪਾਸੇ ਹੰਕਾਰੀ ਤੇ ਦੂਜੇ ਪਾਸੇ ਮੁਰਦਾ ਜਿਹਾ ਜੀਵਨ ਹੋ ਗਿਆ। ਨਤੀਜਾ ਇਹ ਨਿਕਲਿਆ ਕਿ ਭਜਨ ਕਰਨ ਵਾਲੇ ਜਿਹੜੇ ਸਾਨੂੰ ਸੂਰਮੇ ਨਾ ਰਹੇ, ਤੇ ਜਿਹੜੇ ਸੂਰਮੇ ਸੀ ਉਹ ਭਗਤ ਨਾ ਬਣ ਸਕੇ। ਇਹ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਭੈੜੀ ਕੁਬੁੱਧ ਦੀ ਵਰਤੋਂ ਹੈ। ਇਹਨੂੰ ਕੁਬੁੱਧ ਕਹਿ ਸਕਦੇ। ਤਾਂ ਸਿੱਖ ਧਰਮ ਨੇ ਸੂਰਮਤਾ ਤੇ ਕੋਮਲਤਾ, ਇਹਨਾਂ ਦੋਨਾਂ ਨੂੰ ਇੱਕੋ ਜਗ੍ਹਾ ਇਕੱਠਾ ਕੀਤਾ ਹੈ। ਜਾਤੀ ਵਿਭਾਨ ਮਨੁੱਖਾਂ ਦੇ ਵਿੱਚ ਬਹੁਤ ਪੁਰਾਣਾ ਤੁਰਿਆ ਹੁੰਦਾ ਹੈ, ਪਰ ਸਿਪਾਹੀਗਿਰੀ ਤਾਂ ਖਾਸ ਤੌਰ ਤੇ ਸਦਾ ਜਨਮ ਤੋਂ ਮੰਨੀ ਜਾਂਦੀ ਰਹੀ ਹੈ। ਜੇ ਅਸੀਂ ਦੇਖਦੇ ਹਾਂ ਇਸ ਭਾਰਤ ਦੇ ਇਤਿਹਾਸ ਨੂੰ, ਤਾਂ ਇੱਥੇ ਸਾਨੂੰ ਕੁਝ ਚੀਜ਼ਾਂ ਜਿਹੜੀਆਂ ਇਹੋ ਜਿਹੀਆਂ ਮਿਲਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਇਹਨਾਂ ਸਿਮਰਤੀਆਂ ਵਿੱਚ ਜਾਂ ਉਹਨਾਂ ਵਿੱਚ ਮਿਲਦਾ। ਮੈਂ ਉਸ ਲੰਬੇ ਚੌੜੇ ਵਿਸ਼ੇ ਵਿੱਚ ਨਹੀਂ ਜਾਵਾਂਗਾ, ਕਿਉਂਕਿ ਮੈਂ ਆਪਣੇ ਵਿਸ਼ੇ ਵੱਲ ਆਉਣਾ ਹੈ। ਤਾਂ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਆ ਕੇ ਸਾਡੇ ਸਾਹਮਣੇ ਮੱਤ ਦਿੱਤਾ, ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜੇ ਮੱਤ ਹਨ, ਉਹਨਾਂ ਦੀ ਜਿਹੜੀ ਸੂਰਬੀਰਤਾ ਦਿੱਤੀ, ਉਹਦੇ ਵੀ ਦੋ ਪਹਿਲੂ ਰੱਖੇ। ਇੱਕ ਸੀ ਅੰਦਰਲੇ ਸ਼ਤਰੂਆਂ, ਕਾਮ, ਕ੍ਰੋਧ ਤੇ ਲੋਭ ਮੋਹ ਹੰਕਾਰ ਉੱਤੇ ਜਿੱਤ ਪ੍ਰਾਪਤ ਕਰਨੀ, ਤੇ ਦੂਜਾ ਸੀ ਬਾਹਰਲੇ ਸ਼ਤਰੂਆਂ ਦੇ ਉੱਤੇ ਜਿੱਤ ਪ੍ਰਾਪਤ, ਫਤਿਹ ਪਾਉਣੀ। ਇੱਕ ਆਦਮੀ ਸਰੀਰਕ ਤੌਰ ਤੇ ਜਿੰਨਾ ਮਰਜ਼ੀ ਬਲਵਾਨ ਹੋਵੇ, ਸ਼ਸਤਰ ਵਿਦਿਆ ਤੋਂ ਜਾਣੂ ਹੋਵੇ, ਰਣ ਖੇਤਰ ਦੇ ਸਾਹਮਣੇ ਹੋ ਕੇ ਲੜਨ ਵਾਲਾ ਸੂਰਮਾ ਹੋਵੇ, ਪਰ ਜੇ ਉਸਨੂੰ ਆਪਣੇ ਮਨ ਨੂੰ ਕਾਬੂ ਨਹੀਂ ਰੱਖਿਆ ਤਾਂ ਉਹ ਸਵੈ ਕਾਬੂ ਤੇ ਸਵੈ ਸੰਜਮੀ ਜੀਵਨ ਵਾਲਾ ਨਹੀਂ ਬਣ ਸਕਦਾ। ਉਹ ਸੂਰਮਾ ਨਹੀਂ, ਗੁਰੂ ਨਾਨਕ ਦੇ ਨਜ਼ਰਾਂ ਵਿੱਚ ਉਹ ਫਿਰ ਸੂਰਮਾ ਨਹੀਂ ਹੈ। ਗੁਰੂ ਜੀ ਨੇ ਇੱਥੇ ਮਨ ਜਿੱਤੇ ਜਗਜੀਤ ਦੀ ਗੱਲ ਜਿਹੜੀ ਹੈ ਉਹ ਸਮਾਜ ਨੂੰ ਦਿੱਤੀ ਹੈ। ਨਾਲ ਹੀ ਗੁਰੂ ਅਮਰਦਾਸ ਜੀ ਕਹਿੰਦੇ, ਨਾਨਕ ਸੋ ਸੂਰਾ ਬਰਿਆਮ, ਜਿਨ ਵਿੱਚੋਂ ਦੁਸ਼ਟ ਅਹੰਕਾਰ ਮਾਰਿਆ। ਉਹ ਇਹ ਗੱਲ ਸਪਸ਼ਟ ਹੋ ਗਈ ਕਿ ਸਿੱਖ ਨੇ ਮੀਰੀ ਤੇ ਪੀਰੀ ਜਾਂ ਪੀਰੀ ਜਾਂ ਮੀਰੀ ਦੋਨਾਂ ਨੂੰ ਹੀ ਇਕੱਠਾ ਕੀਤਾ। ਹੁਣ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਪੀਰੀ ਲਫ਼ਜ਼ ਪਹਿਲਾਂ ਆਉਣਾ ਚਾਹੀਦਾ ਜਾਂ ਮੀਰੀ ਲਫ਼ਜ਼ ਪਹਿਲਾਂ ਆਉਣਾ ਚਾਹੀਦਾ, ਇਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਦੋਨੇ ਹੀ ਮਨੁੱਖਾ ਜੀਵਨ ਦੇ ਇੱਕ ਅਹਿਮ ਹਿੱਸੇ ਹਨ, ਜਿਨ੍ਹਾਂ ਦੇ ਇੱਕ ਨੂੰ ਵੀ ਅਲੱਗ ਕਰਕੇ ਮਨੁੱਖੀ ਜੀਵਨ ਸੰਪੂਰਨਤਾ ਦੇ ਸਿਖਰ ਤੇ ਨਹੀਂ ਪਹੁੰਚ ਸਕਦਾ। ਆਮ ਤੌਰ ਤੇ ਕਈ ਵਿਚਾਰ ਦਿੰਦੇ ਨੇ ਪੀਰੀ ਪਹਿਲਾਂ ਕਹਿਣਾ ਚਾਹੀਦਾ, ਪਰ ਗੁਰੂ ਹਰਗੋਬਿੰਦ ਮਹਾਰਾਜ ਜੀ ਪਾਤਸ਼ਾਹ ਨੇ ਜਦੋਂ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ, ਢਾਡੀ ਨੱਥਾ ਅਬਦੁੱਲੇ ਨੇ ਜਿਹੜੀ ਵਾਰ ਗਾਈ, ਉਹਦੇ 'ਚ ਵੀ ਇਹ ਗੱਲ ਲਿਖੀ ਹੋਈ ਹੈ, ਦੋ ਤਲਵਾਰਾਂ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਰਾਖੀ ਕਰੇ ਵਜ਼ੀਰ ਦੀ। ਜੇ ਪੀਰ ਹੀ ਪਹਿਲਾਂ ਹੋਣਾ ਹੁੰਦਾ, ਜਾਂ ਇਹ ਗੱਲ ਪੱਕੀ ਕਰ ਦਿਓ ਪੀਰ ਹੀ ਪਹਿਲਾਂ ਵਰਤਣੀ ਚਾਹੀਦੀ ਹੈ,
ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਇਹ ਵਾਰ ਗਾਉਣ ਵਾਲਾ ਢਾਡੀ ਲੱਥਾ ਤੇ ਅਬਦੁੱਲਾ ਮੀਰ ਪੀਰ ਦੀ ਗੱਲ ਕਰ ਰਿਹਾ ਹੈ। ਇਸ ਵਾਸਤੇ ਗੁਰੂ ਦੀਆਂ ਨਜ਼ਰਾਂ ਵਿੱਚ ਵੀ ਇਹ ਫਰਕ ਨਹੀਂ ਸੀ ਵੀ ਮੀਰੀ ਦਾ ਲਫ਼ਜ਼ ਪਹਿਲਾਂ ਆਵੇ ਜਾਂ ਪੀਰੀ ਦਾ ਲਫ਼ਜ਼ ਪਹਿਲਾਂ ਆਵੇ। ਅਸਲ ਗੱਲ ਹੈ ਦੋਨੇ ਗੁਣਾਂ ਨੂੰ ਬਰਾਬਰ ਧਾਰਨ ਕਰਨਾ, ਮੀਰੀ ਤੇ ਪੀਰੀ ਦਾ ਸੰਤੁਲਨ ਬਣਾ ਕੇ ਚੱਲਣਾ। ਸੂਰਮਾ ਸੂਰਮਾ ਨਾ ਰਹੇ ਉਹ ਭਗਤ ਵੀ ਬਣੇ, ਤੇ ਭਗਤ ਭਗਤ ਨਾ ਰਹੇ ਉਹ ਸੂਰਮਾ ਵੀ ਬਣੇ। ਜਿੱਥੇ ਬਾਹਰ ਦਾ ਸੂਰਮਾ ਹੋਵੇ ਅੰਦਰ ਦੇ ਸ਼ਤਰੂਆਂ ਨਾਲ ਵੀ ਲੜੇ। ਤਾਂ ਸਿੱਖ ਦੀ ਜਿਹੜੀ ਜੀਵਨ ਯਾਤਰਾ ਹੈ ਉਹ ਮੀਰੀ ਤੇ ਪੀਰੀ ਜਾਂ ਦੂਜੇ ਲਫ਼ਜ਼ਾਂ 'ਚ ਅਸੀਂ ਪੀਰੀ ਤਾਂ ਮੀਰੀ ਕਹਿ ਲਈਏ, ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ। ਅਸਲ ਗੱਲ ਤਾਂ ਸਾਨੂੰ ਦੋਨੇ ਗੁਣਾਂ ਨੂੰ ਧਾਰਨ ਕਰਕੇ ਸੰਪੂਰਨਤਾ ਦੇ ਜੀਵਨ ਵਾਲੇ ਪਾਸੇ ਨੂੰ ਤੁਰਨ ਦਾ ਮਾਰਗ ਹੈ, ਨਾ ਕਿ ਅਸੀਂ ਇਹਨਾਂ ਲਫ਼ਜ਼ਾਂ ਦੇ ਹੇਰ-ਫੇਰ ਵਿੱਚ ਆਪਣੇ ਮੁੱਢਲੇ ਸਿਧਾਂਤ ਬੇਸਿਕ ਸਿਧਾਂਤ ਤੋਂ ਪਿੱਛੇ ਰਹਿ ਜਾਈਏ। ਉਹ ਸਿਧਾਂਤ ਹੈ ਮੀਰੀ ਦੇ ਵੀ ਗੁਣ ਧਾਰਨ ਕਰਨੇ ਤੇ ਪੀਰੀ ਦੇ ਗੁਣ ਵੀ ਧਾਰਨ ਕਰਨੇ। ਦੋਨਾਂ ਇੱਕ ਦੂਜੇ ਤੇ ਨਿਰਭਰ ਹਨ। ਜੇ ਇੱਕ ਗੁਣ ਹੈ ਦੂਜਾ ਅਧੂਰਾ ਹੈ, ਜੇ ਦੂਜਾ ਗੁਣ ਹੈ ਤੇ ਪਹਿਲਾ ਗੁਣ ਨਹੀਂ, ਤਾਂ ਵੀ ਸਿੱਖ ਦਾ ਜੀਵਨ ਅਧੂਰਾ ਹੈ। ਇਸ ਵਾਸਤੇ ਸਾਨੂੰ ਲਫ਼ਜ਼ਾਂ ਦੀ ਗੱਲਬਾਤ ਛੱਡ ਕੇ ਕਿਹੜਾ ਪਹਿਲਾਂ ਆਉਣਾ ਚਾਹੀਦਾ, ਕਿਹੜਾ ਬਾਅਦ ਵਿੱਚ ਆਉਣਾ ਚਾਹੀਦਾ, ਇਹ ਦੋਨੇ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਨ ਦਾ ਜਿਹੜਾ ਹੈ ਉਹ ਸੰਕਲਪ ਲੈ ਕੇ ਗੁਰੂ ਦੀਆਂ ਨਜ਼ਰਾਂ ਵਿੱਚ ਸੁਰਖਰੂ ਹੋਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੁੰਦਰ ਜੀ ਗੱਲ ਲਫ਼ਜ਼ਾਂ ਦੀ ਨਹੀਂ, ਗੱਲ ਭਾਵਨਾ ਤੋਂ ਹੈ। ਸਾਡੇ 'ਚ ਮੀਰੀ ਦੇ ਗੁਣ ਵੀ ਹੋਣ ਤੇ ਪੀਰੀ ਦੇ ਗੁਣ ਵੀ ਹੋਣ, ਇਹ ਗੁਰੂ ਸਾਹਿਬ ਸਾਡੇ ਤੋਂ ਐਕਸਪੈਕਟ ਕਰਦੇ ਨੇ। ਤੋ ਸਾਧ ਸੰਗਤ ਜੀ, ਸਾਡਾ ਵਿਰਸਾ ਬੜਾ ਅਮੀਰ ਹੈ। ਸਾਡੇ ਪੁਰਖਿਆਂ ਨੇ ਇਹ ਜੇ ਪੀਰੀ ਬੀਰੀ ਦੀ ਗੱਲ ਕਹੀ ਨਹੀਂ, ਹੰਢਾ ਕੇ ਪ੍ਰੈਕਟੀਕਲ ਸਾਡੇ ਸਾਹਮਣੇ ਦੱਸੀਏ। ਮੈਨੂੰ ਉਹ ਗੱਲ ਯਾਦ ਆ ਰਹੀ ਹੈ, ਸਾਧ ਸੰਗਤ ਸਾਰਿਆਂ ਨੇ ਇਹ ਗੱਲ ਬੜੀ ਵਾਰੀ ਪੜ੍ਹੀ ਸੁਣੀ ਹੈ ਕਿ ਹਰੀ ਸਿੰਘ ਨਲੂਆ ਮੰਨੇ ਹੋਏ ਬੜੇ ਯੋਧੇ ਸਨ। ਹਰੀ ਸਿੰਘ ਜੀ ਨਲੂਆ, ਇਹਦਾ ਮਤਲਬ ਹੈ ਕਿ ਜਿਹੜੇ ਮੀਰੀ ਵਾਲੇ ਗੁਣ ਨੇ ਉਹਨਾਂ 'ਚ ਬਹੁਤ ਜ਼ਿਆਦਾ ਭਰੇ ਸਨ ਔਰ ਉਹਨਾਂ ਦੀ ਤਾਕ ਜਿਹੜੀ ਹੈ ਅੱਜ ਤੱਕ ਜਿਹੜੀ ਹੈ ਸੁਣੀ ਜਾਂਦੀ। ਪਰ ਜੇ ਦੂਸਰੇ ਜਿਹੜੇ ਗੁਣ ਆਪਾਂ, ਕਿਉਂਕਿ ਮੀਰੀ ਪੀਰੀ ਦੀ ਗੱਲ ਕਰ ਰਹੇ ਹਾਂ, ਜਿੱਥੇ ਇੱਕ ਬਹੁਤ ਵੱਡੇ ਯੋਧੇ ਸਨ, ਉੱਥੇ ਇਹ ਘਟਨਾ ਇਤਿਹਾਸਕ ਸਾਡੇ ਸਾਹਮਣੇ ਆਉਂਦੀ ਹੈ ਕਿ ਇੱਕ ਬੀਬੀ ਉਹਨਾਂ ਦੇ ਜਿਸ ਵੇਲੇ ਕੈਂਪ ਦੇ ਵਿੱਚ ਪਹੁੰਚੀ ਤਾਂ ਉੱਥੇ ਜਾ ਕੇ ਉਹਨੇ ਨਲਵਾ ਜੀ ਨੂੰ, ਹਰੀ ਸਿੰਘ ਨਲਵਾ ਜੀ ਨੂੰ ਕਿਹਾ ਕਿ ਮੈਨੂੰ ਤੇਰੇ ਵਰਗਾ ਪੁੱਤਰ ਚਾਹੀਦਾ। ਉਸ ਬੀਬੀ ਦੀ ਭਾਵਨਾ ਕੀ ਸੀ ਮਹਾਰਾਜ ਜਾਣਦਾ, ਪਰ ਜੋ ਨਲਵਾ ਜੀ ਦਾ ਜਵਾਬ ਉੱਤਰ ਸੀ ਬਹੁਤ ਵਧੀਆ ਸੀ ਕਿ ਉਹਨੇ ਕਿਹਾ ਜੇ ਮੇਰੇ ਵਰਗਾ ਪੁੱਤਰ ਚਾਹੀਦਾ ਤਾਂ ਮੈਂ ਹੀ ਹਾਂ ਤੇਰਾ ਪੁੱਤਰ। ਇਹ ਗੱਲ ਕਹਿਣੀ ਇੱਕ ਬੜੇ ਯੋਧੇ ਦੀ, ਕਿਉਂਕਿ ਅਸੀਂ ਦੇਖਦੇ ਹਾਂ ਕਿ ਦੁਨੀਆ 'ਚ ਜਿਹੜੇ ਬੜੇ ਇਸ ਤਰ੍ਹਾਂ ਦੇ ਯੋਧੇ ਹੁੰਦੇ ਨੇ, ਉਹਨਾਂ 'ਚ ਕਈ ਤਰ੍ਹਾਂ ਦੀਆਂ ਹੋਰ ਨਾਲ ਤੁਹਮਤਾਂ ਵੀ ਨਾਲ ਲੱਗੀਆਂ ਹੁੰਦੀਆਂ ਨੇ ਕਈਆਂ 'ਚ। ਪਰ ਹਰੀ ਸਿੰਘ ਨਲਵਾ ਜੀ ਨੇ ਇਹ ਜਿਹੜੀ ਮਿਸਾਲ ਪੇਸ਼ ਕੀਤੀ ਹੈ ਸਾਡੇ ਸਾਹਮਣੇ, ਸਾਡਾ ਇਤਿਹਾਸ ਹੈ, ਇਹ ਸਾਡਾ ਮੀਰੀ ਔਰ ਪੀਰੀ ਦਾ ਸਿਧਾਂਤ ਜਿਹੜਾ ਸਾਡੇ ਪੁਰਖਿਆਂ ਨੇ ਨਿਭਾਇਆ। ਅੱਜ ਤਰਾਸਦੀ ਇਸ ਗੱਲ ਦੀ ਹੈ, ਇਹ ਠੀਕ ਹੈ ਕਿ ਧਰਮ ਤੇ ਸਿਆਸਤ ਕਈ ਤੇ ਕਹਿੰਦੇ ਇਕੱਠੇ ਹੋਣੇ ਨਹੀਂ ਚਾਹੀਦੇ। ਉਹ ਕਿਉਂ ਕਹਿੰਦੇ ਨੇ? ਕਿਉਂਕਿ ਅੱਜ ਸਿਆਸਤ ਜਿਹੜੀ ਹੈ ਉਹ ਧਰਮ ਤੇ ਭਾਰੂ ਹੋ ਗਈ। ਸਾਨੂੰ ਲੋੜ ਹੈ, ਖਾਸ ਕਰਕੇ ਆਪਣੀ ਮੈਂ ਕਮਿਊਨਿਟੀ ਦੀ ਗੱਲ ਕਰ ਰਿਹਾ, ਕਿ ਚਾਹੇ ਗੁਰਦੁਆਰਾ ਸਾਹਿਬ ਹੋਵੇ, ਕਿਸੇ ਮਹੱਲੇ ਦਾ, ਸ਼ਹਿਰ ਦਾ, ਜਾਂ ਸਾਡੀਆਂ ਵੱਡੀਆਂ ਸੰਸਥਾਵਾਂ ਜਿਹੜੀਆਂ ਨੇ, ਅੱਜ ਸਾਰਿਆਂ ਤੇ ਇਹ ਜਿਹੜੀ ਵੋਟਾਂ ਦਾ ਸਿਸਟਮ ਨੇ ਕੰਮ ਖਰਾਬ ਕੀਤਾ। ਜਦ ਕਿ ਜਿਹੜੇ ਧਰਮ ਦੇ ਕਾਰਜ ਨੇ ਉਹ ਚਲਾਉਣ ਲਈ ਧਰਮੀ ਪੁਰਸ਼ ਚਾਹੀਦੇ ਨੇ, ਨਾ ਕਿ ਵੋਟਾਂ ਨਾਲ ਚੁਣੇ ਹੋਏ ਪੁਰਸ਼ ਚਾਹੀਦੇ ਨੇ। ਪਰੰਤੂ ਵੋਟ ਸਿਸਟਮ ਜਿਹੜਾ ਹੈ ਸਾਡੇ ਗੁਰਦੁਆਰਾ ਸਿਸਟਮ 'ਚ ਆ ਗਿਆ, ਜਿਸ ਕਰਕੇ ਜਿਸ ਤਰ੍ਹਾਂ ਵੋਟਾਂ ਪੈਂਦੀਆਂ ਨੇ ਔਰ ਕੀ ਹੁੰਦਾ ਮੈਨੂੰ ਦੱਸਣ ਦੀ ਲੋੜ ਨਹੀਂ। ਸਿਆਸਤ ਐਡੀ ਜ਼ਿਆਦਾ ਭਾਰੂ ਹੋ ਗਈ ਹੈ ਕਿ ਅੱਜ ਵੱਡੀਆਂ ਸੰਸਥਾਵਾਂ ਦੇ ਜਿਹੜੇ ਸੰਚਾਲਕ ਨੇ ਉਹ ਸਿਆਸੀਆਂ ਮਨੁੱਖਾਂ ਦੇ ਲਿਫਾਫਿਆਂ 'ਚੋਂ ਨਿਕਲਦੇ ਨੇ, ਤੇ ਉਹਨਾਂ ਨੇ ਜਿਹੜੇ ਲੋਕ ਆਪ ਧਰਮੀ ਨਹੀਂ ਹਨ, ਉਹ ਧਰਮੀਆਂ ਲੋਕਾਂ ਦੀ ਜਾਂ ਧਰਮ ਦੀ ਅਗਵਾਈ ਕਰਨ ਵਾਲਿਆਂ ਦੀ ਅਪਾਇੰਟਮੈਂਟ ਕਰਨ, ਜਾਂ ਹੁੰਦਾ ਕੋਈ ਰੂਲਸ ਰੈਗੂਲੇਸ਼ਨਸ ਬਣਾਉਣ, ਤੇ ਆਪਾਂ ਸੋਚ ਸਕਦੇ ਹਾਂ ਵੀ ਕੀ ਹੋਏਗਾ। ਸੋ ਲੋੜ ਹੈ ਇਸ ਗੱਲ ਦੀ ਕਿ ਠੀਕ ਹੈ ਤੇ ਧਰਮ ਤੇ ਸਿਆਸਤ ਸਾਡਾ ਇਕੱਠਾ ਹੈ, ਪਰੰਤੂ ਸਿਆਸਤ ਧਰਮ ਤੇ ਭਾਰੂ ਨਾ ਹੋਵੇ। ਜਿਹੜੇ ਗੁਰੂ ਮਹਾਰਾਜ ਨੇ ਸਿਆਸਤ ਕੀਤੀ ਹੈ ਉਹ ਧਰਮ ਨੂੰ ਮੂਹਰੇ ਰੱਖ ਕੇ ਕੀਤੀ ਹੈ, ਧਰਮ ਨੂੰ ਆਂਚ ਨਹੀਂ ਆਉਣੀ ਚਾਹੀਦੀ। ਤੋ ਇਸ ਗੱਲ ਦੀ ਸਾਨੂੰ ਲੋੜ ਹੈ, ਸਾਰੀ ਸਿੱਖ ਕੌਮ ਨੂੰ ਜਾਗਰੂਕ ਹੋਣ ਦੀ ਲੋੜ ਹੈ ਕਿ ਕਿਉਂ ਸਿਆਸਤ ਜਿਹੜੀ ਹੈ ਧਰਮ ਤੇ ਭਾਰੂ ਹੁੰਦੀ ਜਾ ਰਹੀ ਹੈ। ਆਓ ਸਤਿਗੁਰੂ ਕਿਰਪਾ ਕਰਨ, ਅਸੀਂ ਗੁਰੂ ਦੀ ਬਾਣੀ ਨੂੰ ਸਮਝੀਏ, ਪ੍ਰੈਕਟੀਕਲ ਆਪਣੇ ਜੀਵਨ 'ਚ ਅਪਣਾਈਏ ਤੇ ਦੂਸਰਿਆਂ ਨੂੰ ਆਪ ਜਪੈ ਅਵਰ ਨਾਮ ਜਪਾਵੇ, ਇਸ ਪਾਸੇ ਚੱਲੀਏ। ਵੀਰ ਹਰਜੀਤ ਸਿੰਘ ਜੀ, ਆਪ ਜੀ ਦਾ ਧੰਨਵਾਦ ਹੈ, ਕਿਉਂਕਿ ਐਸੇ ਸਵਾਲ ਜਿਹੜੇ ਨੇ ਇਹ ਵੀ ਕਦੀ ਕਦੀ ਜੋ ਆਉਂਦੇ ਨੇ ਔਰ ਬੜੇ ਮਤਲਬ ਭਾਈ ਮੈਂ ਸਮਝਦਾ ਵੀ ਔਖੇ ਸਵਾਲ ਹੁੰਦੇ ਨੇ, ਜਿਨ੍ਹਾਂ ਦਾ ਜਵਾਬ ਲੱਭਣਾ ਪ੍ਰੋਪਰ ਆਪ ਜੀ ਨੇ ਦਿੱਤਾ। ਧੰਨਵਾਦ। ਤੋ ਸਾਧ ਸੰਗਤ ਜੀ, ਅਗਲਾ ਜਿਹੜਾ ਸਾਡੇ ਕੋਲ ਸਵਾਲ ਹੈ ਉਹ ਗੁਰਬਾਣੀ ਦੇ ਉਚਾਰਨ ਬਾਰੇ ਹੈ। ਅਸੀਂ ਇਹ ਆਸਾ ਕੀ ਬਾਤ ਵੀ ਪੜ੍ਹਦੇ ਹਾਂ
ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ। ਸਵਾਲ ਕਰਤਾ ਪੁੱਛਦੇ ਨੇ ਵੀ ਇਹ ਜਿਹੜਾ ਸ਼ਬਦ ਹੈ ਸੱਸਾ ਬੱਬਾ ਦੱਦੇ ਤੇ ਟਿੱਪੀ, ਇਹਨੂੰ ਉਚਾਰਨ ਕਿਸ ਤਰ੍ਹਾਂ ਕਰਨਾ ਹੈ? ਭਾਵ ਸੱਸੇ ਨੂੰ ਪੈਰ ਬਿੰਦੀ ਲਾ ਕੇ ਸ਼ਾਹ ਦੇ ਤੌਰ ਤੇ ਉਚਾਰਨ ਕਰਨਾ ਹੈ ਜਾਂ ਬਿੰਦੀ ਤੋਂ ਬਗੈਰ ਸਾਹ ਦੇ ਤੌਰ ਤੇ ਉਚਾਰਨ ਕਰਨਾ ਹੈ। ਤੋ ਬੇਨਤੀ ਹੈ ਵੀਰ ਜਗੀਰ ਸਿੰਘ ਜੀ, ਤੁਸੀਂ ਕਿਰਪਾ ਕਰੋ ਅਨਮਿਊਟ ਕਰਕੇ ਸਾਨੂੰ ਇਹ ਦੱਸੋ ਵੀ ਇਹਦਾ ਉਚਾਰਨ ਜਿਹੜਾ ਹੈ ਸੱਸੇ ਦਾ ਬਿੰਦੀ ਸਹਿਤ ਹੈ ਕਿ ਬਿੰਦੀ ਬਗੈਰ ਹੈ। ਨਾਲ ਕਿਰਪਾ ਕਰਨੀ ਇਸ ਸ਼ਲੋਕ ਦਾ ਸੰਖੇਪ ਭਾਵ ਵੀ ਸਾਨੂੰ ਦੱਸ ਦੇਣਾ। ਜਗੀਰ ਸਿੰਘ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰੂ ਅੰਗਦ ਦੇਵ ਜੀ ਨੇ ਜੀ 1469 ਅੰਕ ਦੇ ਵਿੱਚ ਆਸਾ ਰਾਗ ਦੇ ਵਿੱਚ ਇਹ ਸ਼ਲੋਕ ਉਚਾਰਨ ਕੀਤਾ ਹੋਇਆ ਜੀ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ। ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਕਿਰਤ ਹੈ। शब्द शब्दं एक शब्दं जे को जाने ਭਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਇਸ ਸ਼ਲੋਕ ਦੇ ਵਿੱਚ ਸ਼ਬਦਾਂ ਦੇ ਉਚਾਰਨ ਬਾਰੇ ਵੀਰ ਜੀ ਨੇ ਪੁੱਛਿਆ। ਇਹਦੇ ਵਿੱਚ ਆਪਾਂ ਨੇ ਸੱਸੇ ਦੇ ਪੈਰ ਦੇ ਬਿੰਦੀ ਲਾ ਕੇ ਉਚਾਰਨ ਕਰਨਾ ਸ਼ਬਦਾਂ ਜੀ, ਤੇ ਇਹਦੇ ਅਰਥੇ ਬਣ ਜਾਂਦੇ ਨੇ ਜੀ ਜੋਗ ਸ਼ਬਦਾਂ ਗਿਆਨ ਸ਼ਬਦਾਂ। ਜੋਗ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ। ਵੇਦ ਸ਼ਬਦਾਂ ਬ੍ਰਾਹਮਣ ਹੈ। ਬ੍ਰਾਹਮਣਾਂ ਦਾ ਧਰਮ ਹੈ ਵੇਦਾਂ ਦੀ ਵਿਚਾਰ ਕਰਨੀ। ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਕਿਰਤ ਹੈ। ਖੱਤਰੀ ਸ਼ਬਦ ਦਾ ਮਤਲਬ ਹੈ ਵੀ ਖੱਤਰੀਆਂ ਦਾ ਧਰਮ। ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਕਿਰਤ ਹੈ। ਖੱਤਰੀਆਂ ਦਾ ਧਰਮ ਹੈ ਸੂਰਮਿਆਂ ਵਾਲੇ ਕੰਮ ਕਰਨਾ, ਅਤੇ ਸ਼ੂਦਰਾਂ ਦਾ ਧਰਮ ਹੈ ਦੂਜਿਆਂ ਦੀ ਸੇਵਾ ਕਰਨਾ ਜੀ। ਪਰ ਕਿਰਤ ਦਾ ਮਤਲਬ ਹੈ ਪਰਾਈ ਕਿਰਤ ਕਰਨੀ, ਦੂਜਿਆਂ ਦੀ ਸੇਵਾ ਕਰਨੀ। ਅਗਲੇ ਬੰਦ ਦੇ ਵਿੱਚ ਹੈ ਜੀ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਪਰ ਸਾਰਿਆਂ ਦਾ ਮੁੱਖ ਧਰਮ ਇਹ ਹੈ ਕਿ ਇੱਕ ਪ੍ਰਭੂ ਦਾ ਸਿਮਰਨ ਕਰੀਏ। ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ ਨਾਨਕ ਉਸ ਦਾ ਦਾਸ ਹੈ। ਸੋਈ ਨਿਰੰਜਨ ਦਿਓ, ਉਹ ਮਨੁੱਖ ਪ੍ਰਭੂ ਦਾ ਹੀ ਰੂਪ ਹੈ। ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਨੇ ਵੀ ਉਚਾਰਨ ਕੀਤਾ ਹੋਇਆ। ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ 1353 ਅੰਕ ਦੇ ਉੱਤੇ। ਗੁਰੂ ਅੰਗਦ ਦੇਵ ਜੀ ਦਾ ਵੀ ਹੈ ਜਿਹੜਾ ਆਸਾ ਦੀ ਵਾਰ ਦੇ ਵਿੱਚ ਹੈ, ਤੇ ਗੁਰੂ ਨਾਨਕ ਦੇਵ ਦੇ ਜਿਹੜਾ ਹੈਗਾ ਸ਼ਲੋਕ, ਇਹ ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ 1353 ਅੰਕ ਦੇ ਉੱਪਰ ਵੀ ਦਰਜ ਹੈ। ਪਰ ਉਹਦੇ ਵਿੱਚ ਥੋੜਾ ਜਿਹਾ ਫਰਕ ਹੈ ਜੀ, ਮਾਮੂਲੀ ਜਿਹਾ ਫਰਕ ਹੈ। ਕੀ ਫਰਕ ਹੈ ਜਿਹਦੇ ਹੈ ਗੁਰੂ ਅੰਗਦ ਦੇਵ ਜੀ ਦਾ ਸ਼ਬਦ ਹੈ ਜੀ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ। ਜਿਹੜਾ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸ਼ਬਦ ਉਚਾਰਨ ਕੀਤਾ ਹੋਇਆ ਜੀ ਉਹ ਹੈ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ। ਇਹ ਤਾਂ ਲੱਗਿਆ ਹੋਇਆ ਜੀ। ਤੇ ਅੱਗੇ ਇੱਕ ਪੰਕਤੀ ਹੈ ਜੀ ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭਿਓ। ਇਹ ਗੁਰੂ ਅੰਗਦ ਦੇਵ ਜੀ ਦਾ ਸ਼ਲੋਕ ਹੈ ਜੀ। ਪਰ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ ਹੋਇਆ ਜੀ ਉਹਦੇ ਵਿੱਚ ਹੈ ਸਰਵ ਸ਼ਬਦੰ ਤਾਂ ਏਕ ਸ਼ਬਦੰ ਜੇ ਕੋਈ ਜਾਣੇ ਦੀ ਬਜਾਏ ਜੇ ਕੋ ਜਾਣੁਸ ਭਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਇਹ ਪੰਕਤੀ ਗੁਰੂ ਅੰਗਦ ਦੇਵ ਜੀ ਨੇ ਉਚਾਰਨ ਕੀਤੀ ਹੋਈ ਹੈ। ਜਿਹੜੀ ਪੰਕਤੀ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤੀ ਹੈ ਉਹ 'ਚ ਹੈਗਾ ਨਾਨਕ ਤਾਂ ਕੋ ਦਾਸ ਹੈ। ਇੱਥੇ ਨਾਨਕ ਤਾਂ ਕਾ ਦਾਸ ਹੈ। ਗੁਰੂ ਨਾਨਕ ਦੇਵ ਜੀ ਦੀ ਜਿਹੜੀ ਪੰਕਤੀ ਹੈ ਜੀ ਉਹਦੇ ਵਿੱਚ ਹੈ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦਿਓ। ਮਤਲਬ ਥੋੜਾ ਜਿਹਾ ਅੰਤਰ ਹੈ, ਭਾਵ ਅਰਥ ਬਿਲਕੁਲ ਸੇਮ ਹੈ। ਭਾਰਤ ਵਿੱਚ ਹਿੰਦੂਆਂ ਨੇ ਸਮਾਜ ਨੂੰ 4 ਵਰਨਾਂ ਵਿੱਚ ਵੰਡਿਆ ਹੋਇਆ ਸੀ। ਇਸ ਸ਼ਲੋਕ ਵਿੱਚ ਪਹਿਲਾਂ ਗੁਰੂ ਸਾਹਿਬ ਜੀ ਨੇ ਜੋਗੀ, ਬ੍ਰਾਹਮਣ, ਖੱਤਰੀ ਅਤੇ ਸ਼ੂਦਰ ਦੇ ਕੰਮਾਂ ਦਾ ਵਰਣਨ ਕੀਤਾ ਹੈ ਜੋ ਬ੍ਰਾਹਮਣਾਂ ਨੇ ਨਿਰਧਾਰਿਤ ਕੀਤੇ ਸਨ। ਸ਼ੂਦਰ ਨਾਲ ਬਹੁਤ ਭੈੜਾ ਸਲੂਕ ਕੀਤਾ ਜਾਂਦਾ ਸੀ ਤੇ ਉਸ ਨੂੰ ਨੀਵਾਂ ਸਮਝਿਆ ਜਾਂਦਾ ਸੀ। ਅੰਤਲੀਆਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਗੁਰਮਤਿ ਦਾ ਸਿਧਾਂਤ ਦੱਸਿਆ ਹੈ ਜੀ। ਸਿੱਖ ਧਰਮ ਵਿੱਚ ਜਾਤ ਪਾਤ, ਊਚ ਨੀਚ, ਛੂਤ ਛਾਤ, ਵਰਨ ਵੰਡ ਦਾ ਖੰਡਨ ਕੀਤਾ ਹੈ। ਏਕ ਪਿਤਾ ਏਕ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਅਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ
ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸੋ ਸਾਨੂੰ ਗੁਰਬਾਣੀ ਪੜ੍ਹ ਕੇ ਵਿਚਾਰ ਕੇ ਅਮਲ ਕਰਨ ਦੀ ਲੋੜ ਹੈ, ਤਾਂ ਕਿ ਸਾਡਾ ਸੰਸਾਰ ਵਿੱਚ ਆਇਆ ਸਫਲ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਕੀ ਫਤਿਹ। ਵੀਰ ਜੀ ਨੇ ਅਰਥ ਵੀ ਸਮਝਾਏ ਨੇ ਔਰ ਨਾਲ ਦੱਸਿਆ ਸੱਸੇ ਪੈਰ ਬਿੰਦੀ ਲਾ ਕੇ ਸ਼ਾਹ ਉਚਾਰਨ ਜਿਹੜਾ ਉਹ ਕਰਨਾ ਹੈ। ਤੋ ਵੀਰ ਜਗੀਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸਾਧ ਸੰਗਤ ਜੀ, ਮੈਂ ਬੇਨਤੀ ਕਰਦੇ ਹਾਂ ਵੀ ਗੁਰਬਾਣੀ ਨੂੰ ਸਹੀ ਤਰੀਕੇ ਸਮਝਣ ਲਈ ਦੋ ਚੀਜ਼ਾਂ ਜਿਹੜੀਆਂ ਨੇ ਬੜੀਆਂ ਜ਼ਰੂਰੀ ਨੇ, ਉਹ ਹੈ ਪ੍ਰੋਨਾਊਂਸੀਏਸ਼ਨ ਐਂਡ ਪੰਕਚੁਏਸ਼ਨ। ਜਿਵੇਂ ਹੁਣੇ ਵੀਰ MP ਸਿੰਘ ਜੀ ਜਿਸ ਵੇਲੇ ਸਮਝਾ ਰਹੇ ਸਨ, ਤਾਂ ਉਹਨਾਂ ਨੇ ਵੀ ਉਹ ਕਿਉਂਕਿ ਤੁਕ ਲੰਬੀ ਸੀ ਤੇ ਉਹਦੀ ਪੰਕਚੁਏਸ਼ਨ ਕਰਕੇ ਸਾਨੂੰ ਦੱਸਿਆ। ਜੇ ਪੰਕਚੁਏਸ਼ਨ ਠੀਕ ਨਾ ਹੋਵੇ ਤਾਂ ਕਈ ਵਾਰੀ ਅਰਥ ਦੇ ਅਨਰਥ ਹੋ ਜਾਂਦੇ। ਤੋ ਇਸ ਕਰਕੇ ਪ੍ਰੋਨਾਊਂਸੀਏਸ਼ਨ ਤੇ ਪੰਕਚੁਏਸ਼ਨ ਬੜੀ ਜ਼ਰੂਰੀ ਹੈ। ਪਰ ਉਹਦੇ ਲਈ ਕੀ ਹੈ, ਉਹਦੇ ਲਈ ਸਾਡੀ ਅਗਵਾਈ, ਸਾਨੂੰ ਮਿਲਦੀ ਹੈ ਅਗਵਾਈ ਗੁਰਬਾਣੀ ਵਿਆਕਰਣ ਤੋਂ। ਪਰ ਅੱਜ ਕੁਝ ਇੱਕ ਐਸੀਆਂ ਸੰਸਥਾਵਾਂ ਮਤਲਬ ਪ੍ਰਚਲਿਤ ਨੇ ਜਿਹੜੀਆਂ ਇਸ ਗੱਲ ਨੂੰ ਕਹਿੰਦੀਆਂ ਨਹੀਂ ਜੀ, ਗੁਰਬਾਣੀ ਪੜ੍ਹਨ ਲਈ ਵਿਆਕਰਣ ਦਾ ਕੋਈ ਮਤਲਬ ਨਹੀਂ। ਵਿਆਕਰਣਕ ਜਿਹੜੇ ਅਸੂਲ ਨੇ, ਪ੍ਰਿੰਸੀਪਲਸ ਨੇ, ਉਹਨਾਂ ਨੂੰ ਮੰਨਣ ਨੂੰ ਤਿਆਰ ਨਹੀਂ। ਤੋ ਇਹ ਹੁਣ ਸੰਗਤ ਦੇ ਮਨਸਰ ਹੈ, ਆਪ ਜੀ ਤੇ ਨਿਰਭਰ ਹੈ ਕਿ ਆਪਾਂ ਕਿਸ ਤਰ੍ਹਾਂ ਕਰਨਾ। ਕਿਉਂਕਿ ਉਹ ਤਾਂ ਬੜਾ ਜ਼ੋਰ ਦੇ ਕੇ ਕਹਿੰਦੇ ਨੇ ਵੀ ਨਹੀਂ ਜੀ, ਜਿਸ ਤਰ੍ਹਾਂ ਅੱਖਰ ਲਿਖੇ ਨੇ ਉਦਾਂ ਹੀ ਗਾਣੇ ਨੇ। ਔਰ ਤੁਸੀਂ ਦੇਖਿਆ ਹੋਣਾ ਪਿਛਲੇ ਕੁਝ ਸਮੇਂ ਵਿੱਚ ਉਚਾਰਨ ਵਿੱਚ ਬੜਾ ਹੀ ਮਤਲਬ ਵੀ ਫਰਕ ਜਿਹੜਾ ਉਹ ਆ ਰਿਹਾ ਕਈਆਂ ਸ਼ਬਦਾਂ ਦੇ ਉਚਾਰਨ 'ਚ। ਔਰ ਚੰਗੇ ਜਿਹੜੇ ਮੰਨੇ ਰਾਗੀ ਸਿੰਘ ਨੇ, ਜਿਨ੍ਹਾਂ ਨੂੰ ਲੋਕੀ ਬੜੇ ਸ਼ੌਂਕ ਨਾਲ ਸੁਣਦੇ ਨੇ, ਉਚਾਰਨ ਪੱਖੋਂ ਉਹਨਾਂ 'ਚ ਵੀ ਉਹੀ ਗੱਲਾਂ ਨੇ ਜਿਹੜੀਆਂ ਉਹ ਸੰਸਥਾਵਾਂ ਪ੍ਰਚਾਰ ਕਰ ਰਹੀਆਂ ਨੇ। ਤੋ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਕਿ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਕਿ ਗੁਰਬਾਣੀ ਤਾਂ ਸਮਝਣ ਦਾ ਵਿਸ਼ਾ ਹੈ। ਜਿੰਨਾ ਚਿਰ ਸਮਝਾਂਗੇ ਨਹੀਂ, ਅਸੀਂ ਜੀਵਨ 'ਚ ਲਾਗੂ ਕਿਵੇਂ ਕਰਾਂਗੇ। ਤੋ ਜਿੰਨਾ ਚਿਰ ਬਾਣੀ ਨੂੰ ਆਪਾਂ ਸਮਝਦੇ ਨੇ, ਸਮਝ ਕੇ ਜੀਵਨ 'ਚ ਲਾਗੂ ਨਹੀਂ ਕਰਦੇ, ਉਹਨਾਂ ਚਿਰ ਕੋਈ ਬਹੁਤਾ ਲਾਭ ਨਹੀਂ। ਤੋ ਇਸ ਕਰਕੇ ਮੈਂ ਸੰਗਤ ਨੂੰ ਬੇਨਤੀ ਕਰਾਂਗਾ, ਕਿਉਂਕਿ ਇਸ ਪਲੇਟਫਾਰਮ ਤੇ ਸਾਡੀ ਖੁਸ਼ਕਿਸਮਤੀ ਹੈ ਕਿ ਸੰਗਤ ਦੇ ਸਾਰੀ ਸੰਗਤ ਜਿਹੜੀ ਹੈ ਉਹ ਬੜੇ ਮਤਲਬ ਵੀ ਇੰਟੈਲੀਜੈਂਸ਼ੀਆ 'ਚੋਂ ਆ ਰਹੀ ਹੈ ਔਰ ਸੋਚ ਵਿਚਾਰ ਕਰਨ ਵਾਲੀ ਹੈ। ਤੋ ਉਹਨਾਂ ਨੂੰ ਮੈਂ ਬੇਨਤੀ ਹੈ ਕਿ ਸਾਨੂੰ ਇਸ ਬਾਰੇ ਆਪ ਨਿਰਣਾ ਲੈਣਾ ਪੈਣਾ ਹੈ ਵੀ ਆਇਆ ਪ੍ਰੋਨਾਊਂਸੀਏਸ਼ਨ, ਪੰਕਚੁਏਸ਼ਨ ਜ਼ਰੂਰੀ ਹੈ ਕਿ ਨਹੀਂ ਗੁਰਬਾਣੀ ਨੂੰ ਸਮਝਣ। ਤੋ ਵੀਰ ਜਗੀਰ ਸਿੰਘ ਜੀ, ਆਪ ਜੀ ਦਾ ਧੰਨਵਾਦ ਹੈ। ਤੋ ਡਾਕਟਰ ਸੁਰਿੰਦਰ ਸਿੰਘ ਜੀ ਜੋ ਰੋਜ਼ਾਨਾ ਸੰਗਤ ਜੁੜਦੇ ਨੇ, ਸਾਡੀ ਅਗਵਾਈ ਵੀ ਕਰਦੇ ਨੇ, ਉਹਨਾਂ ਨੇ ਪੁੱਛਿਆ ਹੈ ਕਿ ਜਿਹੜਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਸ਼ਲੋਕ ਹੈ, ਸ਼ਲੋਕ 12 ਤੇ ਵਧੀਕ 'ਚ ਸਿਰ ਧਰ ਤਲੀ ਗਲੀ ਮੇਰੀ ਆਓ, ਇਹਦੇ 'ਚ ਉਹਨਾਂ ਨੇ ਪੁੱਛਿਆ ਕਿ ਵੀ ਆਇਆ ਇਹਦਾ ਅਰਥ ਇਹ ਹੈ, ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਕਿਤੋਂ ਪੜ੍ਹਿਆ ਜਾਂ ਸੁਣਿਆ ਬਈ ਅਹੰਕਾਰ ਨੂੰ ਪੈਰਾਂ ਥੱਲੇ ਦੇਣਾ, ਜਾਂ ਇਹ ਸਿਰ ਧਰ ਤਲੀ ਗਲੀ ਮੇਰੀ ਆਓ ਦੇ ਅਰਥ ਕੀ ਨੇ। ਮੈਂ ਬੇਨਤੀ ਕਰਨ ਲੱਗਾ ਵੀਰ ਮਨਮੋਹਨ ਸਿੰਘ ਜੀ ਨੂੰ ਵੀ ਕਿਰਪਾ ਕਰਕੇ ਇਹਨੂੰ ਥੋੜਾ ਡਿਟੇਲ ਵਿੱਚ ਸਾਨੂੰ ਦੱਸਣ ਵੀ ਸਿਰ ਧਰ ਤਲੀ ਗਲੀ ਮੇਰੀ ਆਓ ਜੋ ਹੈ, ਇਹ ਜਿਹੜਾ ਇਹ ਸ਼ਲੋਕ ਹੈ, ਇਹਦਾ ਭਾਵ ਕੀ ਹੈ। ਔਰ ਜੋ ਡਾਕਟਰ ਸਾਹਿਬ ਨੇ ਸਵਾਲ ਕੀਤਾ ਉਹਦਾ ਵੀ ਨਾਲ ਉੱਤਰ ਦੇ ਵੀਰ ਮਨਮੋਹਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਿਮਨਯੋਗ ਸਤਸੰਗੀ ਜਨੋ, ਜੋ ਸਵਾਲ ਵੀਰ ਜੀ ਨੇ ਸ਼ਲੋਕ 12 ਤੇ ਵਧੀਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1410 ਦੇ ਉੱਤੇ, ਜੋ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਸ਼ਲੋਕ ਦੇ ਅੰਦਰ ਜੋ ਸਾਨੂੰ ਸੁਨੇਹਾ ਦੇਣਾ ਚਾਹੁੰਦੇ ਹਨ, ਜੋ ਸਾਨੂੰ ਸਿਧਾਂਤ ਬਖਸ਼ਿਸ਼ ਕਰ ਰਹੇ ਹਨ, ਜੋ ਗਿਆਨ ਬਖਸ਼ਿਸ਼ ਕਰ ਰਹੇ ਹਨ, ਉਹ ਇਹ ਹੈ ਕਿ ਭਾਈ ਜੇ ਤੂੰ ਪ੍ਰਭੂ ਪ੍ਰੇਮ ਖੇਡਣ ਦਾ ਸ਼ੌਕ ਹੈ ਤੈਨੂੰ, ਜੇ ਤੈਨੂੰ ਪ੍ਰਭੂ ਪ੍ਰੇਮ ਖੇਡਣ ਦਾ ਸ਼ੌਕ ਹੈ ਤਾਂ ਤੂੰ ਆਪਣਾ ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿੱਚ ਆ, ਜਿਸ ਤੋਂ ਭਾਵ ਹੈ ਲੋਕ ਲਾਜ ਛੱਡ ਕੇ ਹਉਮੈ ਦੂਰ ਕਰਕੇ ਆ। ਸਿਰ ਧਰ ਤਲੀ ਗਲੀ ਮੇਰੀ ਆਓ, ਲੋਕ ਲਾਜ ਛੱਡ ਕੇ ਹਉਮੈ ਦਾ ਤਿਆਗ ਕਰਕੇ ਮੇਰੀ ਇਸ ਗਲੀ ਵਿੱਚ ਆ। ਇਤ ਮਾਰਗ ਪੈਰ ਧਰੀਜੈ, ਪ੍ਰਭੂ ਪ੍ਰੀਤ ਦੇ ਇਸ ਰਸਤੇ ਦੇ ਉੱਤੇ ਤਦੋਂ ਹੀ ਤੂੰ ਪ੍ਰਵਾਨ ਹੋਵੇਂਗਾ। ਇਤ ਮਾਰਗ ਪੈਰ ਧਰੀਜੈ, ਜਦੋਂ ਤੂੰ ਇਸ ਦੇ ਉੱਤੇ ਪੈਰ ਧਰਿਆ ਤਾਂ ਹੀ ਧਰਿਆ ਜਾ ਸਕਦਾ ਹੈ। ਸਿਰ ਦੀਜੈ ਕਾਣ ਨਾ ਕੀਜੈ, ਜਦੋਂ ਸਿਰ ਭੇਟਾ ਕੀਤਾ ਜਾਏ ਪਰ ਕੋਈ ਵੀ ਝਿਜਕ ਨਾ ਕੀਤੀ ਜਾਏ, ਜਦੋਂ ਬਿਨਾਂ ਕਿਸੇ ਝਿਜਕ ਲੋਕ ਲਾਜ ਦੇ ਹਉਮੈ ਛੱਡੀ ਜਾਏ। ਜੋ ਇਹ ਸ਼ਲੋਕ ਹੈ, ਇਸ ਦੀ ਇਹੀ ਵਿਚਾਰ ਹੈ
ਕਿ ਭਾਈ ਜਦੋਂ ਤੂੰ ਪ੍ਰਭੂ ਪਰਮਾਤਮਾ ਦੇ ਰਾਹ ਦੇ ਉੱਤੇ ਤੁਰਨਾ ਹੈ, ਉਹਦੇ ਨਾਲ ਪ੍ਰੇਮ ਦੀ ਖੇਡ ਖੇਡਣੀ ਹੈ, ਤਾਂ ਸਭ ਤੋਂ ਪਹਿਲਾਂ ਤੈਨੂੰ ਆਪਾ ਭਾਵ ਮਾਰਨਾ ਪਵੇਗਾ। ਜਦੋਂ ਤੇਰੇ ਅੰਦਰੋਂ ਆਪਾ ਭਾਵ ਮੁੱਕੇਗਾ ਤਾਂ ਹੀ ਤੂੰ ਗੁਰੂ ਦੇ ਵਿੱਚ ਸਮਾ ਸਕਦਾ ਹੈ, ਤਾਂ ਹੀ ਉਸ ਪਰਮਾਤਮਾ ਦੇ ਵਿੱਚ ਇਕਮਿਕ ਹੋ ਸਕਦਾ ਹੈ, ਉਹਦੇ ਦਰ ਦੇ ਉੱਤੇ ਪ੍ਰਵਾਨ ਹੋ ਸਕਦਾ। ਆਪਾ ਭਾਵ ਨੂੰ ਜੀਵਤ ਰੱਖ ਕੇ ਕਦੀ ਵੀ ਤੂੰ ਉਸ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਨਹੀਂ ਹੋ ਸਕਦਾ ਜਦ ਤੱਕ ਤੂੰ ਆਪਣੀ ਹਉਮੈ ਹੰਕਾਰ ਦਾ ਤਿਆਗ ਨਹੀਂ ਕਰਦਾ। ਅਸੀਂ ਗੁਰਬਾਣੀ ਦੇ ਅੰਦਰ ਪੜ੍ਹਦੇ ਹਾਂ, ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਏ ਸਮਾਨਾ। ਜਿਸ ਨੂੰ ਵੀ ਗੁਰੂ ਦੀ ਮਤ ਆ ਜਾਵੇ ਉਹ ਫਿਰ ਗੁਰੂ ਦੇ ਅੱਗੇ ਹੋ ਕੇ ਤੁਰਦਾ ਨਹੀਂ, ਉਹ ਆਪਣੀ ਪੂਜਾ ਨਹੀਂ ਕਰਾਉਂਦਾ, ਉਹ ਗੁਰੂ ਵਿੱਚ ਸਮਾ ਜਾਂਦਾ ਹੈ। ਤੇ ਗੁਰੂ ਵਿੱਚ ਸਮਾਉਣ ਤੋਂ ਪਹਿਲਾਂ ਆਪਾ ਭਾਵ ਮਾਰਨਾ ਪੈਂਦਾ ਹੈ, ਹਉਮੈ ਦਾ ਤਿਆਗ ਕਰਨਾ ਪੈਂਦਾ ਹੈ। ਤੇ ਅਸੀਂ ਅੱਜ ਜੋ ਪੰਥ ਦੇ ਅੰਦਰ ਜੋ ਵੀ ਦੇਖ ਰਹੇ ਹਾਂ, ਜੋ ਚੁਣੌਤੀਆਂ ਹਨ ਧਾਰਮਿਕ ਤੌਰ ਦੇ ਉੱਤੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੀਰਕ ਤੌਰ ਦੇ ਉੱਤੇ ਭਾਵੇਂ ਕੋਈ ਸ਼ਰੀਕ ਪੈਦਾ ਹੋ ਰਿਹਾ ਹੈ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਪੁਸਤਕ ਦਾ ਜੋ ਲੋਕੀ ਪ੍ਰਕਾਸ਼ ਕਰ ਰਹੇ ਨੇ, ਉੱਥੇ ਇੱਕੋ ਇੱਕ ਹਉਮੈ ਹੰਕਾਰ ਹੈ। ਕੋਈ ਆਪਣੀ ਪੂਜਾ ਕਰਾ ਰਿਹਾ ਹੰਕਾਰ 'ਚ, ਤੇ ਕੋਈ ਆਪਣੀ ਕਿਸੇ ਵੀ ਗਲਤੀ ਤੋਂ ਜਾਂ ਆਪਣੇ ਕਿਸੇ ਵੀ ਜੋ ਉਹਦੇ ਮਨ ਦੇ ਅੰਦਰ ਖਿਆਲ ਉਸ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ। ਸੋ ਅਸਲ ਵਿੱਚ ਜੋ ਇਸ ਸ਼ਲੋਕ ਦੇ ਅਰਥ ਨੇ ਉਹੀ ਹੋਣੇ ਕਿ ਭਾਈ ਪ੍ਰਭੂ ਪਰਮਾਤਮਾ ਦੇ ਨਾਲ ਜੇ ਕਦੇ ਤੂੰ ਖੇਡ ਖੇਡਣੀ ਹੈ ਪ੍ਰੇਮ ਦੀ, ਤਾਂ ਤੂੰ ਆਪਣਾ ਹੰਕਾਰ ਜੋ ਉਸ ਨੂੰ ਤਿਆਗ। ਅਸਲ ਵਿੱਚ ਗੁਰਬਾਣੀ ਦੇ ਅੰਦਰ ਇਹੋ ਜਿਹੀਆਂ ਹੋਰ ਵੀ ਪੰਕਤੀਆਂ ਆਉਂਦੀਆਂ ਨੇ ਜਿਹਦੇ ਅੰਦਰ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਤਿਸ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ ਬਿਨ ਸਿਰ ਸੇਵ ਕਰੀਜੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਭਾਈ ਜੇ ਕਦੇ ਤੈਨੂੰ ਪਰਮਾਤਮਾ ਦੇ ਪਰਮਾਤਮਾ ਦੀ ਕੋਈ ਗੱਲ ਤੈਨੂੰ ਸੁਣਾਵੇ, ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਤਿਸ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ, ਮੈਂ ਉਸ ਨੂੰ ਕੀ ਅਰਪਣ ਕਰਾਂ। ਜੇ ਕਦੇ ਕੋਈ ਮੈਨੂੰ ਉਸ ਪਰਮਾਤਮਾ ਦੀ ਗੱਲ ਪ੍ਰੀਤਮ ਦੀ ਗੱਲ ਸੁਣਾਵੇ, ਸੀਸ ਵੱਡੇ ਕਰ ਬੈਸਣ ਦੀਜੈ ਬਿਨ ਸਿਰ ਸੇਵ ਕਰੀਜੈ। ਇੱਥੇ ਭਾਵ ਇਹ ਹੈ ਕਿ ਮੈਂ ਆਪਾ ਭਾਵ ਮਾਰ ਕੇ ਆਪਣੇ ਸੀਸ ਦਾ ਉਸ ਨੂੰ ਬੈਠਣ ਲਈ ਆਸਣ ਦੇਵਾਂ, ਭਾਵ ਆਪਾ ਭਾਵ ਮਾਰ ਕੇ ਹੰਕਾਰ ਆਪਣਾ ਮਾਰ ਕੇ ਤੇ ਫਿਰ ਮੈਂ ਉਸ ਦੀ ਸੇਵਾ ਵਿੱਚ ਲੱਗ ਜਾਵਾਂ। ਹੁਣ ਇੱਥੇ ਕੋਈ ਆਪਣਾ ਸੀਸ ਹੀ ਕੱਟ ਕੇ ਜੇ ਕਿਤੇ ਦੇ ਦੇਵੇ ਤੇ ਫਿਰ ਉਹਦੀ ਸੇਵਾ ਕਿਸ ਤਰ੍ਹਾਂ ਕਰੇਗਾ। ਇਸ ਤੋਂ ਭਾਵ ਇਹ ਹੈ ਕਿ ਜੋ ਕਈ ਥਾਵਾਂ ਦੇ ਉੱਤੇ ਜਿਹਨੂੰ ਅਸੀਂ ਕਹਿੰਦੇ ਭਾਈ ਮੁਹਾਵਰਿਆਂ ਦੇ ਤੌਰ ਦੇ ਉੱਤੇ ਕੁਝ ਪੰਕਤੀ ਅੱਖਰ ਜੋ ਗੱਲ ਕੀਤੇ ਹਨ ਤੇ ਗੁਰੂ ਪਾਤਸ਼ਾਹ ਕੋਸ਼ਿਸ਼ ਕਰਦੇ ਨੇ, ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਾਰ ਮਾਰਿਆ। ਸਤਿਗੁਰੂ ਨੇ ਉਹ ਸੂਰਮਾ ਤੇ ਵਰਿਆਮ ਹੈ, ਉਹ ਯੋਧਾ ਹੈ ਜਿਸ ਨੇ ਆਪਣੇ ਅੰਦਰੋਂ ਦੁਸ਼ਟ ਅਹੰਕਾਰ ਜੋ ਹੈ ਉਸ ਨੂੰ ਮਾਰਿਆ ਹੈ। ਤੇ ਦੂਜਾ ਪੱਖ ਇਹ ਹੈ ਜਦੋਂ ਮਨੁੱਖ ਆਪਾ ਭਾਵ ਮਾਰ ਦੇਵੇ, ਜਿਹਦੇ ਅੰਦਰੋਂ ਹੰਕਾਰ ਖਤਮ ਹੋ ਜਾਵੇ, ਉਹ ਵਿਕਾਰਾਂ ਨੂੰ ਵਸ ਵਿੱਚ ਕਰਦਾ, ਅੰਦਰੋਂ ਦੀ ਧਰਮੀ ਹੋਵੇਗਾ, ਆਤਮਿਕ ਤੌਰ ਦੇ ਉੱਤੇ ਬਲਵਾਨ ਹੋਵੇਗਾ, ਸੱਚ ਕਰਕੇ ਉਹਨੂੰ ਧਰਮ ਦੀ ਜਦੋਂ ਸੋਝੀ ਹੋ ਜਾਵੇਗੀ, ਉਹ ਧਰਮ ਦੇ ਰਸਤੇ ਦੇ ਉੱਤੇ ਹਰ ਵੇਲੇ ਕੁਰਬਾਨ ਹੋਣ ਵਾਸਤੇ ਤਤਪਰ ਰਹੇਗਾ। ਦੂਜਾ ਪੱਖ ਇਹ ਵੀ ਹੈ ਕਿ ਉਹਨੇ ਹਰ ਹਾਲਤ ਵਿੱਚ ਤਿਆਰ ਹੋਣਾ ਹੀ ਹੈ ਧਰਮ ਵਾਸਤੇ। ਹੁਣੇ ਸਤਿਕਾਰਯੋਗ ਵੀਰ ਜੀ ਗੱਲ ਕਰ ਰਹੇ ਸੀ, ਵੀਰ ਅਰਜੀਤ ਸਿੰਘ ਜੀ, ਕਿ ਭਾਈ ਇੱਕ ਜੋ ਸਨ ਉਹਨਾਂ ਨੇ ਅਹਿੰਸਾਵਾਦੀ ਦਾ ਰੋਲਾ ਪਾ ਦਿੱਤਾ, ਭਾਈ ਜੋ ਸੀ ਕਿ ਅਸੀਂ ਅਹਿੰਸਾਵਾਦੀ ਹਾਂ। ਦੂਜੇ ਜੋ ਸੀ ਉਹਨਾਂ ਨੇ ਜੋ ਸੰਸਾਰ ਦੇ ਅੰਦਰ ਆ ਕੇ ਜਹਾਦ ਦਾ ਨਾਰਾ ਦਿੱਤਾ ਤੇ ਲੋਕਾਂ ਦਾ ਜੋ ਸੀ ਧਰਮ ਦਾ ਹੀ ਨੁਕਸਾਨ ਹੋਇਆ, ਦੋਵਾਂ ਪੱਖ ਤੋਂ ਧਰਮ ਦਾ ਨੁਕਸਾਨ ਹੋਇਆ। ਸੱਚ ਕਰਕੇ ਹਿੰਸਾਵਾਦੀ ਜੋ ਸਨ ਉਹ ਵੀ ਹਿੰਸਾਵਾਦੀ ਨਹੀਂ, ਉਹਨਾਂ ਨੇ ਵੀ ਅੰਦਰ ਪਰਦੇ ਦੁਨੀਆ ਦੇ ਕਤਲੋਗਾਰਤ ਕੀਤੀ ਹੈ। ਪਰ ਜਿਨ੍ਹਾਂ ਦੇ ਕੋਲ ਧਰਮ ਨਹੀਂ ਸੀ ਉਹਨਾਂ ਨੇ ਮਨੁੱਖਤਾ ਦਾ ਘਾਣ ਕੀਤਾ ਹੈ, ਉਹਨਾਂ ਨੇ ਜ਼ੁਲਮ ਕੀਤਾ ਹੈ। ਜਿਨ੍ਹਾਂ ਦੇ ਕੋਲ ਧਰਮ ਸੀ, ਅੰਦਰੋਂ ਧਰਮ ਸੀ, ਉਹਨਾਂ ਨੇ ਆਪਾ ਭਾਵ ਕੁਰਬਾਨ ਕਰ ਦਿੱਤਾ ਧਰਮ ਨੂੰ ਜ਼ਿੰਦਾ ਰੱਖਣ ਵਾਸਤੇ, ਕਿਸੇ ਮਜ਼ਲੂਮ ਦੀ ਬਾਂਹ ਪਕੜਨ ਵਾਸਤੇ, ਕਿਸੇ ਗਰੀਬ ਦੀ, ਕਿਸੇ ਦੀ ਬਹੁ ਬੇਟੀ ਦੀ ਇੱਜ਼ਤ ਬਚਾਉਣ ਵਾਸਤੇ, ਜਾਂ ਕਿਸੇ ਗਰੀਬ ਦੀ ਲਹਿੰਦੀ ਪੱਤ ਨੂੰ ਬਚਾਉਣ ਵਾਸਤੇ ਉਹ ਜੋ ਨੇ ਮੈਦਾਨੀ ਜੰਗ ਦੇ ਅੰਦਰ ਜੂਝਦੇ ਨੇ। ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਅਸੀਂ ਬਾਣੀ ਦੇ ਅੰਦਰ ਪੜ੍ਹਦੇ ਹਾਂ, ਰਨ ਦੇਖ ਸੂਰੇ ਚਿਤ ਉਲਾਸ। ਜਿਹੜਾ ਸੱਚ ਕਰਕੇ ਧਰਮੀ ਸੂਰਮਾ ਬਣ ਜਾਵੇਗਾ, ਉਹ ਰਣ ਤੱਤੇ ਦੇ ਵਿੱਚ ਕਿਸੇ ਵੀ ਮਜਲੂਮ ਦੀ ਬਾਂਹ ਪਕੜਨ ਵਾਸਤੇ, ਧਰਮ ਵਾਸਤੇ, ਕਿਸੇ ਗਰੀਬ ਦੀ ਮਦਦ ਦੇ ਵਾਸਤੇ, ਆਪਾ ਵਾਰਨ ਵਾਸਤੇ ਉਹਨੂੰ ਚਾਅ ਚੜ ਜਾਂਦਾ ਹੈ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾੜੈ ਖੇਤ। ਉਹ ਫਿਰ ਦੀਨ ਦੇ ਵਾਸਤੇ, ਕਿਸੇ ਗਰੀਬ ਤੇ ਮਜਲੂਮ ਦੇ ਵਾਸਤੇ ਲੜਨ ਵਾਸਤੇ ਤਿਆਰ ਹੋ ਜਾਂਦਾ ਹੈ, ਉਹ ਧਰਮ ਦੇ ਵਾਸਤੇ ਕੁਰਬਾਨ ਹੋਣ ਵਾਸਤੇ ਤਿਆਰ ਹੋ ਜਾਂਦਾ ਹੈ। ਉਹਦਾ ਪੁਰਜਾ ਵੀ ਜੇ ਕਿਤੇ ਕੱਟਿਆ ਜਾਵੇ ਉਹ ਫਿਰ ਕਦੀ ਪਿੱਛੇ ਨਹੀਂ ਹਟਦਾ, ਸੱਚ ਕਰਕੇ ਉਹ ਸੂਰਮਾ ਹੋ ਜਾਂਦਾ ਹੈ। ਕੁਝ ਤਾਂ ਸੂਰਮੇ ਸਰੀਰਕ ਤੌਰ ਦੇ ਉੱਤੇ ਸੂਰਮੇ ਹੁੰਦੇ ਨੇ, ਭਾਵੇਂ ਉਹ ਜ਼ੁਲਮ ਦਾ ਹੀ ਪੱਖ ਪੂਰਦੇ ਹੋਣ,
ਧਰਮ ਦਾ ਹੀ ਕਤਲ ਕਰਦੇ ਹੋਣ। ਹੁਣ ਜਿਹੜੇ ਧਰਮ ਦੇ ਵਿਰੁੱਧ ਲੜਨ ਵਾਸਤੇ ਮੈਦਾਨੀ ਜੰਗ ਵਿੱਚ ਆਉਂਦੇ ਸਨ, ਹੈ ਤੇ ਉਹ ਵੀ ਸੂਰਮੇ ਬਲਵਾਨ ਹੀ ਸਨ, ਲੇਕਿਨ ਉਹ ਧਰਮ ਦੇ ਵਿਰੁੱਧ ਲੜਦੇ ਸਨ। ਤੇ ਸੱਚ ਕਰਕੇ ਜਿਨ੍ਹਾਂ ਨੇ ਆਪਾ ਭਾਵ ਮਾਰਿਆ ਹੋਵੇ, ਅੰਦਰੋਂ ਦੀ ਹੰਕਾਰ ਖਤਮ ਕੀਤਾ ਹੋਵੇ, ਸੱਚ ਕਰਕੇ ਆਤਮਿਕ ਤੌਰ ਦੇ ਉੱਤੇ ਬਲਵਾਨ ਹੋ ਜਾਣ, ਧਰਮੀ ਬਣ ਜਾਣ, ਉਹ ਧਰਮ ਦੇ ਵਾਸਤੇ ਕੁਰਬਾਨ ਹੋਣ ਵਾਸਤੇ ਤਿਆਰ ਹੋ ਜਾਂਦੇ ਨੇ। ਸੋ ਜੋ ਸ਼ਲੋਕ ਵੀਰ ਜੀ ਨੇ ਸਵਾਲ ਵਿੱਚ ਰੱਖਿਆ ਸੀ, ਉਹਦਾ ਭਾਵ ਇਹ ਹੈ ਕਿ ਜੇ ਕਦੇ ਤੂੰ ਪਰਮਾਤਮਾ ਦੇ ਨਾਲ ਪ੍ਰੇਮ ਦੀ ਖੇਡ ਖੇਡਣੀ ਹੈ, ਆਪਾ ਭਾਵ ਮਾਰ ਕੇ, ਸੀਸ ਤਲੀ ਤੇ ਭਾਵ ਰੱਖਣ ਤੋਂ ਭਾਵ ਹੈ ਕਿ ਆਪਾ ਭਾਵ ਮਾਰ ਕੇ ਸਭ ਕੁਝ ਅਰਪਣ ਕਰਨਾ ਪਵੇਗਾ। ਉੱਥੋਂ ਫਿਰ ਰੱਤਾ ਭਰ ਵੀ ਪਿੱਛੇ ਨਹੀਂ ਹਟਣਾ, ਸਭ ਕੁਝ ਕੁਰਬਾਨ ਕਰਨਾ। ਆਪਾ ਭਾਵ ਮਾਰ ਕੇ ਤੇ ਸਭ ਕੁਝ ਕੁਰਬਾਨ ਤਦੋਂ ਹੀ ਹੁੰਦਾ ਹੈ ਜਦੋਂ ਅੰਦਰੋਂ ਦੀ ਆਦਮੀ ਦੇ ਆਪਣਾ ਹੰਕਾਰ ਜੋ ਹੈ ਉਹ ਖਤਮ ਹੋ ਜਾਂਦਾ ਹੈ, ਆਪਾ ਭਾਵ ਮਰ ਜਾਂਦਾ ਹੈ, ਆਪਣੀ ਹੋਂਦ ਨੂੰ ਮਿਟਾ ਲੈਂਦਾ ਹੈ, ਉਹੀ ਉਹ ਆਪਣੇ ਆਪ ਨੂੰ ਕੁਰਬਾਨ ਕਰ ਸਕਦਾ ਹੈ। ਤੇ ਸਤਿਗੁਰੂ ਕਹਿੰਦੇ ਨੇ ਕਿ ਭਈ ਜੇ ਕਦੇ ਤੂੰ ਆਪਾ ਭਾਵ ਮਾਰੇਗਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਆਪਾ ਭਾਵ ਮਾਰ ਕੇ ਹੀ ਇਸ ਰਾਹ ਦੇ ਉੱਤੇ ਤੁਰਿਆ ਜਾ ਸਕਦਾ ਹੈ। ਤੇ ਇਸ ਰਾਹ ਦੇ ਉੱਤੇ ਤੁਰਿਆ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਭਈ ਇਸ ਮਾਰਗ ਦੇ ਪ੍ਰਭੂ ਪਰਮਾਤਮਾ ਦੇ ਇਸ ਰਸਤੇ ਦੇ ਉੱਤੇ ਜਦੋਂ ਪੈਰ ਤਾਂ ਹੀ ਰੱਖਿਆ ਜਾ ਸਕਦਾ ਹੈ ਜਦੋਂ ਤੂੰ ਸਿਰ ਭੇਟਾ ਕੀਤਾ ਜਾਏ। ਤੇ ਪਾਤਸ਼ਾਹ ਕਹਿੰਦੇ ਨੇ ਭਈ ਫਿਰ ਕੋਈ ਵੀ ਝਿਜਕ ਨਾ ਕੀਤੀ ਜਾਵੇ, ਆਪੇ ਆਪਣੇ ਆਪ ਨੂੰ ਕੁਰਬਾਨ ਕਰਨ ਵਾਸਤੇ, ਭਾਵ ਲੋਕ ਲਾਜ ਹੋਮੈ ਹਰ ਹਾਲਤ ਹੀ ਛੱਡੀ ਜਾਵੇ। ਲੋਕ ਲਾਜ ਨੂੰ ਛੱਡਣਾ ਹੀ ਸਭ ਤੋਂ ਵੱਡੀ ਗੱਲ ਹੈ, ਸਭ ਤੋਂ ਵੱਡੀ ਕੁਰਬਾਨੀ ਲੋਕ ਲਾਜ ਤੇ ਹੋਮੈ ਨੂੰ ਛੱਡਣਾ ਹੈ। ਸੋ ਬੋਲਦੇ ਜ਼ਰੂਰ ਬਾਤ ਕਰ ਨਿਕਲ ਗਏ ਹੋਣਗੇ, ਆਸ ਹੈ ਖਿਮਾ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਭਾਵ ਹੈ ਜੀ ਕੰਪਲੀਟ ਸਰੈਂਡਰ, ਸਿਰ ਧਰ ਤਲੀ ਗਲੀ ਮੇਰੀ ਆਉਦ ਹੈ ਕਿ ਆਪਣੇ ਆਪ ਨੂੰ ਪੂਰੇ ਤੌਰ ਤੇ ਗੁਰੂ ਨੂੰ ਸਮਰਪਣ ਕਰ ਦੇਣਾ। ਉਹਦੇ ਚ ਸਮਰਪਣ ਜਿਹੜਾ, ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ, ਮਨ ਦੀ ਹੋਮੈ ਵੀ ਛੱਡਣੀ ਹੈ ਤੇ ਤਨ ਵੀ ਸਮਰਪਣ। ਔਰ ਸਾਡਾ ਤੇ ਇਤਿਹਾਸ ਹੀ ਬੜਾ ਅਮੀਰ ਹੈ ਕਿ ਜਦ ਵੀ ਲੋੜ ਪਈ ਰਣ ਤੱਤੇ ਵਿੱਚ ਜਾ ਕੇ ਸੀਸ ਦੇਣਾ, ਇਹ ਇੱਕ ਆਮ ਜੀ ਗੱਲ ਇਹ ਸਾਡੀ ਕੌਮ ਵਿੱਚ ਮਹਾਰਾਜ ਨੇ ਐਸੀ ਰੂਹ ਫੂਕੀ ਹੈ ਕਿ ਤੁਸੀਂ ਦੇਖ ਲਓ, ਜਦ ਦਾ ਮਰਜ਼ੀ ਭਾਵੇਂ 500 ਸਾਲ ਪੁਰਾਣਾ ਇਤਿਹਾਸ ਦੇਖੋ ਜਾਂ ਅੱਜ ਦਾ ਦੇਖ ਲਓ, ਹਮੇਸ਼ਾ ਧਰਮ ਕਰਕੇ ਆਪਣੇ ਸੀਸ ਤਲੀ ਤੇ ਰੱਖ ਕੇ ਆਉਣ ਵਾਲੇ ਯੋਧੇ ਹਰ ਸਮੇਂ ਵਿੱਚ ਸਾਨੂੰ ਮਿਲਣਗੇ। ਸਾਡਾ ਬਹੁਤ ਅਮੀਰ ਇਤਿਹਾਸ ਹੈ। ਤੋ ਸਤ ਸੰਗਤ ਜੀ, ਸੋ ਕੰਪਲੀਟ ਸਰੈਂਡਰ ਜਿਵੇਂ ਵੀਰ ਜੀ ਨੇ ਦੱਸਿਆ, ਤੋ ਚਾਹੇ ਉਹ ਮਨ ਕਰਕੇ ਹੈ ਚਾਹੇ ਤਨ ਕਰਕੇ, ਸਭ ਕੁਝ ਗੁਰੂ ਦੇ ਹਵਾਲੇ। ਤਨ ਮਨ ਤਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ, ਸਾਨੂੰ ਹੁਕਮ ਹੀ ਹੈ। ਤੋ ਆਓ ਸਤ ਸੰਗਿਓ, ਇਹ ਸਮਾਂ ਤਾਂ ਹੁਣ ਹੋ ਗਿਆ। ਇੱਕ ਕਮੈਂਟ ਵੀਰ ਜਸਵੀਰ ਸਿੰਘ ਜੀ ਨੇ ਪਾਇਆ ਕਿ ਦਲਿਤ ਸਿੱਖ ਜਿਹੜੇ ਨੇ, ਇਹ ਕਿਹਾ ਜਾਂਦਾ ਹੈ how that will be eradicated, there doesn't seem to be any ethic effort to change that। ਮੈਂ ਵੀਰ ਜੀ ਬੇਨਤੀ ਕਰਦੇ ਹਾਂ ਕਿ ਦੋ ਲਫ਼ਜ਼ ਤੇ ਹੈ ਹੀ ਨਹੀਂਗੇ, ਲਫ਼ਜ਼ ਤੇ ਇੱਕੋ ਹੀ ਹੈ ਸਿੱਖ। ਇਹ ਜੇ ਕੋਈ ਦਲਿਤ ਸਿੱਖ ਕਵੇ, ਕੋਈ ਰਮਦਾਸੀਆ ਸਿੱਖ ਕਵੇ, ਕੋਈ ਅਰੋੜਾ ਸਿੱਖ ਕਵੇ, ਕੋਈ ਖੱਤਰੀ ਸਿੱਖ ਕਵੇ, ਇਹ ਇਹਨਾਂ ਦਾ ਬੇਸ ਤੇ ਹੈਗਾ, ਇਹ ਸਾਰੇ ਪੋਲੀਟੀਕਲੀ ਮੋਟੀਵੇਟਡ ਨੇ। ਇਹ ਜਿਹੜੇ ਸਿਆਸੀ ਲੋਕ ਨੇ, ਇਹ ਧੜੇਬੰਦੀਆਂ 'ਚ ਵੰਡ ਕੇ ਆਪਣੀਆਂ ਰੋਟੀਆਂ ਸੇਕਦੇ ਨੇ, ਸਿਆਸੀ ਰੋਟੀਆਂ। ਅਦਰਵਾਈਜ਼ ਗੁਰੂ ਸਾਹਿਬ ਨੇ ਤਾਂ ਕਦੀ ਵੀ ਕੋਈ ਰਮਦਾਸੀਆ ਸਿੱਖ ਨਹੀਂ ਬਣਾਇਆ, ਰਾਮਗੜੀਆ ਸਿੱਖ ਨਹੀਂ ਬਣਾਇਆ, ਉਹਨਾਂ ਤੇ ਸਿੱਖ ਬਣਾਇਆ। ਤੇ ਆ ਸਾਨੂੰ ਸਿੱਖ ਹੀ ਬਣਨਾ ਚਾਹੀਦਾ ਹੈ ਜੋ ਗੁਰੂ ਨੇ ਸਾਨੂੰ ਬਣਾਇਆ। ਇਹ ਜਿਹੜੀਆਂ ਵਰਨ ਵੰਡ ਹੈ, ਇਹਦਾ ਜਾਂ ਤੇ ਸ਼ੈਡੋ ਹੈ ਸਾਡੇ ਤੇ ਦੂਸਰੇ ਮਤਾਂ ਦਾ। ਜਿਵੇਂ ਹਿੰਦੂ ਮਤ ਵਿੱਚ ਹੁਣੇ ਵੀ ਪਹਿਲੇ ਜ਼ਿਕਰ ਆ ਰਿਹਾ ਸੀਗਾ ਕਿ ਵਰਨ ਵੰਡ ਦੇ ਮੁਤਾਬਕ ਵੀਰ ਜਗੀਰ ਸਿੰਘ ਜੀ ਨੇ ਦੱਸਿਆ ਕਿ 4 ਵਰਨਾਂ ਵਿੱਚ ਸਾਨੂੰ ਪਤਾ ਹੈ ਕਿ ਸਿਮਰਤੀ ਦੇ ਅਨੁਸਾਰ ਮਨੁ ਸਿਮਰਤੀ ਵਿੱਚ ਇਸ ਮਨੁੱਖਾ ਜਾਤੀ ਨੂੰ 4 ਵਰਨ ਵੰਡ ਵਿੱਚ ਵੰਡਿਆ ਗਿਆ। ਤੋ ਪਰੰਤੂ ਗੁਰੂ ਸਾਹਿਬ ਨੇ ਤਾਂ ਇੱਕ ਖੰਡੇ ਬਾਟੇ ਦੀ ਪਹੁਲ ਦੇ ਕੇ ਸਾਨੂੰ ਇੱਕ ਬਾਟੇ ਵਿੱਚ ਸਾਰਿਆਂ ਨੂੰ ਅੰਮ੍ਰਿਤ ਛਕਾ ਕੇ ਇਹ ਸਾਰਾ ਜਾਤ ਪਾਤ ਦਾ ਜਿਹੜਾ ਖੰਡਨ ਕਰਤਾ ਸੀ। ਪਰ ਅੱਜ ਮੁੜ ਕੇ ਅਸੀਂ ਉਸੇ ਜਿਲਣ ਵਿੱਚ ਫਸ ਗਏ। ਇਹਦੇ 'ਚ ਕਸੂਰ ਸਾਡਾ ਆਪਣਾ। ਇਹ ਕਿਵੇਂ ਖਤਮ ਹੋਏਗਾ ਵੀਰ ਜੀ ਦਾ ਅਗਲਾ ਸਵਾਲ ਹੈ। ਇਹ ਵੀਰ ਜੀ ਕਿਸੇ ਨੇ ਕੋਈ ਹੁਕਮ ਨਾ ਮਾਨੀ ਆਣਾ ਖਤਮ ਹੋਣ ਦਾ, ਕਿਉਂਕਿ ਗੁਰੂ ਦਾ ਹੁਕਮ ਤਾਂ ਪਹਿਲਾਂ ਹੀ ਹੈ, ਜਿੱਤੋਂ ਅਸੀਂ ਬਾਗੀ। ਹੁਣ ਇਹ ਲੋੜ ਹੈ ਹਰ ਸਿੱਖ ਨੂੰ, ਮੈਂ ਆਪਣੇ ਤੌਰ ਤੇ ਕਰਾਂ, ਤੁਸੀਂ ਆਪਣੇ ਤੌਰ ਤੇ ਕਰੋ, ਕਿ ਅਸੀਂ ਜਾਤ ਪਾਤ ਵਿੱਚ ਯਕੀਨ ਨਹੀਂ ਰੱਖਦੇ। ਔਰ ਸਿਰਫ ਕਹਿਣ ਕਰਕੇ ਨਹੀਂ, ਪ੍ਰੈਕਟੀਕਲੀ ਵੀ ਸਾਨੂੰ ਹੋਏਗਾ। ਕਈ ਮੇਰੇ ਵਰਗੇ ਪਹਿਲੇ ਤਾਂ ਬਹੁਤ ਡੀਆਂ ਮਾਰਦੇ ਨੇ, ਪਰੰਤੂ ਜਿਸ ਵੇਲੇ ਕਾਕੇ ਕਾਕੀ ਦੀ ਕੋਈ ਸ਼ਾਦੀ ਕਰਨੀ ਹੁੰਦੀ ਤੇ ਫਿਰ ਪੁੱਛਦੇ ਤੁਸੀਂ ਹੈ ਕੌਣ। ਔਰ ਇਹ ਆਮ ਤੌਰ ਤੇ ਕਹਿ ਜੀ, ਇੱਕ ਸੱਜਣ ਨੂੰ ਕਿਸੇ ਨੇ ਪੁੱਛਿਆ ਤੁਸੀਂ ਰਿਸ਼ਤੇ ਦੀ ਗੱਲ ਚੱਲਦੀ ਕੌਣ, ਉਹ ਕਹਿੰਦੇ ਮੈਂ ਤੇ ਮਨੁੱਖ ਹਾਂ। ਕਹਿੰਦੇ ਨਹੀਂ ਉਹ ਤਾਂ ਮੈਨੂੰ ਦਿਸਦਾ ਤੁਸੀਂ ਮਨੁੱਖ ਹੈ ਕੌਣ। ਕਹਿੰਦੇ ਜੀ ਮੈਂ ਮਨੁੱਖ ਹਾਂ। ਕਹਿੰਦਾ ਕਮਾਲ ਦੀ ਗੱਲ ਹੈ, ਮੈਂ ਤੁਹਾਨੂੰ ਪੁੱਛਦਾ ਪਿਆ ਹੈ ਕੌਣ। ਉਹ ਕਹਿੰਦੇ ਜੀ ਲੱਗਦਾ ਵੀ ਸਾਡੀ ਤੁਹਾਡੀ ਗੱਲ ਨਹੀਂ ਬਣਨੀ, ਜੇ ਤੁਸੀਂ ਮੈਨੂੰ ਮਨੁੱਖ ਹੀ ਨਹੀਂ ਦੇਖਦੇ ਤੇ ਅਸੀਂ ਰਿਸ਼ਤਾ ਕੀ ਕਰਨਾ। ਤੋ ਲੋੜ ਹੈ ਇਸ ਵਿਚਾਰ ਤੇ ਆ ਕੇ ਸਾਨੂੰ ਸੋਚਣ ਦੀ ਕਿ ਗੁਰੂ ਨੇ ਸਾਨੂੰ ਸਿੱਖ ਬਣਾਇਆ, ਤੇ ਜੇ ਅੱਜ ਅਸੀਂ ਸਿੱਖ ਤੋਂ ਦਲਿਤ ਸਿੱਖ, ਰਮਦਾਸੀਏ ਸਿੱਖ, ਰਾਮਗੜੀਏ ਸਿੱਖ, ਅਰੋੜੇ ਸਿੱਖ, ਖੱਤਰੀ ਸਿੱਖ ਬਣ ਗਏ,
ਇਸ 'ਚ ਕਸੂਰ ਕਿਹਦਾ ਹੈ? ਕਸੂਰ ਸਾਡਾ ਹੈ ਤੇ ਜਿਹਨੇ ਕਸੂਰ ਕੀਤਾ ਹੈ ਹੱਲ ਤੇ ਉਹਨੇ ਹੀ ਕਰਨਾ ਨਾ, ਇਸ ਕਰਕੇ ਕਸੂਰ ਵੀ ਸਾਡਾ ਹੈ ਤੇ ਹੱਲ ਵੀ ਅਸੀਂ ਵੀਰ ਜੀ ਕਰਨਾ ਹੈ। ਆਓ ਆਪਾਂ ਸਾਰੇ ਰਲ ਕੇ ਇੱਕ ਹਮਲਾ ਮਾਰੀਏ ਕਿ ਅਸੀਂ ਇਸ ਜ਼ਾਤ ਪਾਤ ਦੇ ਜ਼ਿਲ੍ਹਣ ਤੋਂ ਉੱਤੇ ਨਿਕਲ ਕੇ ਅਸੀਂ ਸਾਰਿਆਂ ਵਿੱਚ ਵਾਹਿਗੁਰੂ ਨੂੰ ਵਸਦਾ ਦੇਖੀਏ ਔਰ ਇਸ ਰਹਿਤ ਬਹਿਤ ਵਾਲੇ ਜਿਹੜੇ ਸਿੰਘ ਨੇ ਇਹਨਾਂ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰੀਏ। ਧੰਨਵਾਦ। ਤੋ ਸਾਧ ਸੰਗਤ ਜੀ, ਅੱਜ ਸਮਾਂ ਵੀ ਕੁਛ 3-4 ਮਿੰਟ ਜ਼ਿਆਦਾ ਲੈ ਗਏ, ਉਹਦੀ ਮੈਂ ਖਿਮਾ ਮੰਗਦਾ। ਤੋ ਅੱਜ ਦੀ ਇਹ ਜੋ ਸੇਵਾ ਨਿਭਾਉਂਦੇ ਆ ਪੈਨਲ ਦੇ ਮੈਂਬਰਸ ਕੋਲੋਂ ਕੋਈ ਵੱਧ ਘੱਟ ਗੱਲ ਕਹੀ ਹੋਵੇ, ਕੋਈ ਗਲਤ ਠੀਕ ਜਾਂ ਕੋਈ ਗੁਸਤਾਖੀ, ਉਹਦੀ ਮੈਂ ਸਾਰੇ ਪੈਨਲ ਵੀ ਹਫ਼ਤੇ ਆਪਸ ਨੂੰ ਖਿਮਾ ਮੰਗਦਾ। ਔਰ ਮੈਂ ਫਿਰ ਆਪ ਜੀ ਦਾ ਧੰਨਵਾਦ ਜਿਵੇਂ ਹਰ ਹਫ਼ਤੇ ਕਰਦਾ, ਅੱਜ ਫੇਰ ਕਰ ਰਹੇ ਹਾਂ ਕਿ ਤੁਸੀਂ ਬਹੁਤ ਕਿਰਪਾ ਕਰਦੇ ਹੋ, ਸਵਾਲ ਭੇਜਦੇ ਹੋ, ਸਾਨੂੰ ਮੋਟੀਵੇਟ ਕਰਦੇ ਹੋ, ਅਸੀਂ ਉਹਦੇ ਜਵਾਬ ਲੱਭ ਕੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਜਿੱਥੇ ਤੁਹਾਨੂੰ ਵੀ ਉਹਦਾ ਜਵਾਬ ਮਿਲਦਾ ਹੈ ਜਾਂ ਕਿਸ ਤਰ੍ਹਾਂ ਨਹੀਂ, ਸਾਨੂੰ ਜ਼ਰੂਰ ਬਹੁਤ ਖੁਸ਼ੀ ਮਿਲਦੀ ਹੈ। ਤੋ ਇਹ ਖੁਸ਼ੀ ਸਾਡੇ ਤੇ ਮਿਹਰ ਕਰਦੇ ਰਹੋ, ਆਪਣਾ ਮਿਹਰ ਭਰੇ ਹੱਥ ਸਾਡੇ ਸਿਰ ਤੇ ਰੱਖੋ, ਇਸੇ ਤਰ੍ਹਾਂ ਰਲ ਮਿਲ ਕੇ ਚੱਲੀਏ ਤੇ ਗੁਰਬਾਣੀ ਦੀ ਸਾਨੂੰ ਸੋਝੀ ਆਉਂਦੀ ਜਾਏਗੀ ਤੇ ਜੋ ਸੋਝੀ ਆਏਗੀ ਮੈਂ ਸੋਚਦਾ ਤੇ ਉਹ ਤੋਂ ਸਾਨੂੰ ਚੜ੍ਹਦੀ ਕਲਾ ਜਿਹੜੀ ਹੈ ਉਹ ਜ਼ਰੂਰ ਪ੍ਰਾਪਤ ਹੋਏਗੀ। ਭੁੱਲਾਂ ਦੀ ਫੇਰ ਆਪਸ ਖਿਮਾ, ਅਗਲੇ ਸੋਮਵਾਰ ਫੇਰ ਹਾਜ਼ਰ ਹੋਵਾਂਗੇ ਸਾਰੇ ਪੈਨਲ ਮੈਂਬਰ ਆਪ ਜੀ ਦੀ ਸੇਵਾ ਵਿੱਚ, ਆਪ ਜੀ ਦੇ ਦਿੱਤੇ ਸਵਾਲਾਂ ਦੇ ਉੱਤਰ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।